ਜੀ। ਕੋਰਲ ਡਰਾ ਦੇ ਵਿੱਚ ਆਪਾਂ ਅੱਜ ਜਿਵੇਂ ਇੱਥੋਂ ਆਪਾਂ ਰੈਕਟੈਂਗਲ ਬਣਾ ਲੈਂਦੇ ਹਾਂ, ਗੱਲ ਆਪਾਂ ਕਰ ਲਈ ਹੈ ਨਾ। ਇਹਦੇ 'ਚ ਇੱਕ ਆ ਸ਼ੇਪ ਟੂਲ ਹੈ, ਇਹਦੀ ਆਪਾਂ ਵਰਤੋਂ ਕਰ ਨਹੀਂ ਸਕਦੇ ਹਾਂ। ਸੈਕਿੰਡ 'ਤੇ ਜਿਹਨੂੰ ਮੈਂ ਹੁਣ ਮਾਊਸ ਲੈ ਗਿਆ ਨਾ, ਸ਼ੇਪ ਟੂਲ, ਇਹਨੂੰ ਕਲਿੱਕ ਕਰਦੇ ਹਾਂ। ਜੇ ਅਗਰ ਅਸੀਂ ਰੈਕਟੈਂਗਲ ਚੂਜ਼ ਕੀਤੀ ਹੋਈ ਹੈ ਤਾਂ ਸ਼ੇਪ ਟੂਲ ਦਾ ਕੰਮ ਕੀ ਆ, ਰੈਕਟੈਂਗਲ ਜਦੋਂ ਚੂਜ਼ ਕੀਤੀ ਹੋਈ ਆ ਤਾਂ ਸ਼ੇਪ ਟੂਲ ਸਾਨੂੰ ਤੁਸੀਂ ਦੇਖੋ ਆ ਇੱਕ ਬਾਉਂਡਿੰਗ ਬਾਕਸ ਜਾਂ ਇੱਕ ਇੱਥੇ ਪੁਆਇੰਟ ਦਿਖਾ ਰਹੀ ਹੈ, ਇਹਨੂੰ ਆਪਾਂ ਨੋਡ ਕਹਿ ਦਿੰਦੇ ਹਾਂ। ਇਹ ਨੋਡ 'ਤੇ ਆਪਾਂ ਅਗਰ ਮਾਊਸ ਨੂੰ ਡਰੈਗ ਕਰਦੇ ਹਾਂ ਤਾਂ ਇਹਦੇ ਜਿਹੜੇ ਕਾਰਨਰ ਨੇ ਇਹਨੂੰ ਆਪਾਂ ਰਾਊਂਡ ਕਰ ਸਕਦੇ ਹਾਂ। ਰੈਕਟੈਂਗਲ ਦੇ ਉੱਤੇ ਸ਼ੇਪ ਟੂਲ ਕੀ ਕਰਦੀ ਹੈ ਕਿ ਆਪਾਂ ਰੈਕਟੈਂਗਲ ਦੇ ਕਾਰਨਰਸ ਨੂੰ ਰਾਊਂਡ ਕਰ ਸਕਦੇ ਹਾਂ। ਇਸ ਤਰ੍ਹਾਂ ਹੀ ਇਸ ਟੂਲ ਦਾ ਕੰਮ, ਜੇ ਅਗਰ ਆਪਾਂ ਕੋਈ ਐਲਿਪਸ ਬਣਾ ਲਿਆ, ਮੰਨ ਲਓ ਐਲਿਪਸ ਬਣ ਗਿਆ, ਐਲਿਪਸ ਬਣਨ ਤੋਂ ਬਾਅਦ ਹੁਣ ਆਪਾਂ ਸ਼ੇਪ ਟੂਲ ਕਲਿੱਕ ਕਰਦੇ ਹਾਂ ਤਾਂ ਸ਼ੇਪ ਦਾ ਕੰਮ ਹੈ ਐਲਿਪਸ ਦੀ ਸ਼ੇਪ ਚੇਂਜ ਕਰਨੀ। ਐਲਿਪਸ ਦੇ ਉੱਤੇ ਸ਼ੇਪ ਟੂਲ ਕਿਵੇਂ ਕੰਮ ਕਰਦਾ, ਜਦ ਤੁਸੀਂ ਐਲਿਪਸ ਨੂੰ ਕਲਿੱਕ ਕਰਦੇ ਹੋ ਨਾ, ਐਲਿਪਸ ਚੂਜ਼ ਕੀਤਾ ਹੈ ਅਤੇ ਸ਼ੇਪ ਟੂਲ ਯੂਜ਼ ਕਰਦੇ ਹੋ ਤਾਂ ਤੁਸੀਂ ਦੇਖੋ ਇੱਥੇ ਨੋਡ ਆ ਗਈ। ਇਹ ਜਿਹੜੀ ਨੋਡ ਆ ਇਹਨੂੰ ਆਪਾਂ ਡਰੈਗ ਕਰਕੇ ਇੱਦਾਂ ਖਿੱਚ ਸਕਦੇ ਹਾਂ। ਜੇ ਆਪਾਂ ਇਹ ਨੋਡ ਨੂੰ ਇੱਦਾਂ ਖਿੱਚਦੇ ਹਾਂ ਤਾਂ ਫਿਰ ਕੀ ਹੋਊਗਾ, ਦੇਖਿਓ ਜਿਹੜਾ ਇਹ ਐਲਿਪਸ ਹੈ ਇਹ ਛੋਟਾ ਹੋ ਗਿਆ, ਇਹਨੂੰ ਆਪਾਂ ਕਹਿੰਦੇ ਹਾਂ ਵੈਜ ਬਣ ਗਈ। ਇਸ ਤਰੀਕੇ ਨਾਲ ਜਿੰਨੀ ਆਪਾਂ ਚਾਹੀਏ ਉਨੀ ਐਂਗਲ 'ਤੇ, ਯਾਨੀ ਕਿ ਐਲਿਪਸ ਨੂੰ ਆਪਾਂ ਛੋਟਾ ਕਰ ਲਿਆ। ਐਲਿਪਸ 'ਤੇ ਆਪਾਂ ਜਿੰਨੇ ਚਾਹੀਏ ਉਨੇ, ਆ ਦੋ ਨੋਡਾਂ ਨੇ, ਇੱਕ ਆ ਬਿਗਨਿੰਗ ਦੀ ਨੋਡ ਆ, ਇੱਕ ਐਂਡਿੰਗ ਦੀ ਨੋਡ ਆ। ਬਿਗਨਿੰਗ ਦੀ ਨੋਡ ਜਿਹੜੀ ਹੈ ਨਾ, ਸਟਾਰਟ ਨੋਡ, ਇਹਨੂੰ ਵੀ ਆਪਾਂ ਇੱਥੋਂ ਇੱਦਾਂ ਚੂਜ਼ ਕਰ ਸਕਦੇ ਹਾਂ। ਤੋ ਯਾਨੀ ਕਿ ਅਰਧ ਸਰਕਲ ਬਣਾਉਣਾ ਹੋਵੇ, ਜਿੰਨਾ ਵੀ ਆਪਾਂ ਬਣਾਉਣਾ ਚਾਹੁੰਦੇ ਹਾਂ ਉਹਨਾਂ ਆਪਾਂ ਇੱਥੋਂ ਮੂਵ ਕਰਕੇ ਇਹਦੀ ਸ਼ੇਪ ਇੱਦਾਂ ਦੀ ਬਣਾ ਸਕਦੇ ਹਾਂ। ਐਲਿਪਸ ਨੂੰ ਪਾਰਟ ਕਰ ਸਕਦੇ ਹਾਂ, ਸ਼ਾਰਟ ਕਰ ਸਕਦੇ ਹਾਂ। ਐਲਿਪਸ ਨੂੰ ਵੈਜ ਦੇ ਵਿੱਚ ਨਹੀਂ ਕਰ ਸਕਦੇ ਹਾਂ। ਅਤੇ ਇੱਥੇ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ, ਜਦੋਂ ਮੈਂ ਮਾਊਸ ਨਾਲ ਨਾ ਇਹ ਵੈਜ ਨੂੰ ਇਹ ਨੋਡ ਨੂੰ ਡਰੈਗ ਕਰਦਾ ਹੈ ਨਾ, ਅਤੇ ਜੇ ਤਾਂ ਮਾਊਸ ਪੁਆਇੰਟਰ ਨੂੰ ਯੂ ਸੀ ਕਿ ਮਾਊਸ ਪੁਆਇੰਟਰ ਅੰਦਰ ਵਾਲਾ ਹੈ, ਜੇ ਮੈਂ ਮਾਊਸ ਪੁਆਇੰਟਰ ਨੂੰ ਬਾਰ-ਬਾਰ ਲੈ ਜਾਂਦਾ, ਦੇਖੋ ਹੁਣ ਕੀ ਹੋਊਗਾ, ਜਿਹੜੀ ਉਹ ਲਾਈਨ ਸੀ ਨਾ ਸੈਂਟਰ ਤੋਂ ਕਨੈਕਟ ਕਰਨ ਵਾਲੀ, ਉਹ ਲਾਈਨ ਹਟ ਗਈ। ਜੇ ਮੈਂ ਮਾਊਸ ਨੂੰ, ਜੇ ਮੈਂ ਚਾਹੁੰਦਾ ਕਿ ਲਾਈਨ ਨਾ ਆਵੇ ਤਾਂ ਫਿਰ ਮੈਂ ਕੀ ਕਰੂੰਗਾ, ਮੂਵ ਕਰਨ ਲੱਗਿਆ ਮਾਊਸ ਨੂੰ ਬਾਹਰ ਰੱਖੂੰਗਾ। ਜੇ ਮੈਂ ਚਾਹੁੰਦਾ ਲਾਈਨ ਵੀ ਆਵੇ ਤਾਂ ਮੈਂ ਮਾਊਸ ਪੁਆਇੰਟਰ ਨੂੰ ਅੰਦਰ ਬਾਹਰ ਲੈ ਜਾਊਂਗਾ। ਇਹ ਵੀ ਮੇਰੀ ਮਰਜ਼ੀ ਹੈ, ਲਾਈਨ ਆਵੇ ਜਾਂ ਨਾ ਆਵੇ। ਯੈਸ, ਜਿਹੜੀ ਲਾਈਨ ਤੋਂ ਬਗੈਰ ਵਾਲਾ ਇੱਦਾਂ ਦਾ, ਇਹਨੂੰ ਆਪਾਂ ਕਹਿੰਦੇ ਹਾਂ ਆਰਕ। ਜਿਓਮੈਟਰੀ 'ਚ ਇਹਨੂੰ ਕਹਿੰਦੇ ਨੇ ਆਰਕ। ਅਤੇ ਜੇ ਲਾਈਨਾਂ ਲੱਗੀਆਂ ਹੋਣ ਇੱਥੋਂ ਤੋਂ ਸੈਂਟਰ ਤੱਕ, ਇੱਥੋਂ ਤੋਂ ਸੈਂਟਰ ਤੱਕ, ਤਾਂ ਆਪਾਂ ਇਹਨੂੰ ਕਹਿੰਦੇ ਹਾਂ ਵੈਜ। ਵਨ ਇਜ਼ ਵੈਜ, WEDGE, ਸੈਕਿੰਡ ਇਜ਼ ਆਰਕ। ਹੁਣ ਇਹ ਕੀ ਆਰਕ ਹੈ, ਜੇ ਇਹਨੂੰ ਵੈਜ 'ਚ ਕਨਵਰਟ ਕਰਨਾ ਹੋਵੇ, ਲਓ ਜੀ ਵੈਜ ਬਣ ਗਈ। ਸਮਝ ਲੱਗੀ ਤੁਹਾਨੂੰ? ਕਰਕੇ ਦੇਖਾਂਗੇ, ਪਤਾ ਲੱਗ ਜਾਊਗਾ ਨਾ। ਆਈ ਥਿੰਕ ਇਹ ਵੀ ਕਲੀਅਰ ਹੈ ਨਾ। ਹੁਣ ਇੱਥੇ ਆਪਾਂ ਜਿਵੇਂ ਕੱਲ੍ਹ ਸਿੱਖਿਆ ਸੀਗਾ ਕੰਟਰੋਲ ਦਾ ਕੰਮ ਕੀ ਹੈ। ਕੰਟਰੋਲ ਕੀ ਪ੍ਰੈਸ ਕਰਕੇ, ਜੇ ਆਪਾਂ ਕੰਟਰੋਲ ਕੀ ਪ੍ਰੈਸ ਕਰ ਲਈਏ ਅਤੇ ਇਹਨੂੰ ਡਰੈਗ ਕਰਦੇ ਸਮੇਂ ਨਾ, ਹੁਣ ਇਹ ਕੀ ਹੋਊਗਾ, ਜਾਂ 0 ਡਿਗਰੀ, ਹੁਣ ਇਹ -90 ਡਿਗਰੀ ਹੋ ਗਿਆ। 15 ਦੇ ਡਿਫਰੈਂਸ ਨਾਲ ਚੱਲੀ ਜਾ ਰਿਹਾ। 90 ਤੋਂ ਬਾਅਦ 75, ਫਿਰ 60, ਫਿਰ 45, ਫਿਰ 30, ਫਿਰ 15, ਫਿਰ 0। ਹੁਣ ਇਹ 0 'ਤੇ ਆ ਗਿਆ। ਔਰ ਇੱਧਰੋਂ ਵੀ ਆਪਾਂ ਇਹਨੂੰ ਵੀ ਕੰਟਰੋਲ ਦੱਬ ਕੇ, ਕੰਟਰੋਲ ਪਕੜ ਕੇ ਆਪਾਂ ਇਹਨੂੰ ਮੂਵ ਕਰਦੇ ਹਾਂ ਤਾਂ ਇਹ ਜਾਂ 0 'ਤੇ ਆ ਜਾਂ 15 'ਤੇ ਆ। ਇਹ ਬਿਲਕੁਲ ਡੀ ਬਣ ਗਈ। ਅਤੇ ਪਰ ਡੀ ਤਾਂ ਨਹੀਂ, ਕਿਉਂਕਿ ਨਾ ਇਹ ਸਰਕਲ ਨਹੀਂ ਹੈਗਾ, ਇਹ ਐਲਿਪਸ ਹੈ। ਜੇ ਆਪਾਂ ਇਹਨੂੰ ਸਰਕਲ ਬਣਾਉਣਾ ਹੁੰਦਾ ਫਿਰ ਕੀ ਕਰਦੇ, ਜਦੋਂ ਆਪਾਂ ਬਣਾਉਂਦੇ ਹਾਂ ਐਲਿਪਸ ਤੇ ਕੰਟਰੋਲ ਪਕੜ ਲਈਏ, ਮੈਂ ਹੁਣ ਕੰਟਰੋਲ ਪਕੜਿਆ ਹੋਇਆ, ਕੰਟਰੋਲ ਪ੍ਰੈਸ ਕੀਤਾ ਹੋਇਆ, ਇਹ ਬਣ ਗਿਆ ਸਰਕਲ। ਹੁਣ ਇਹਨੂੰ ਆਪਾਂ ਨੇ ਡੀ ਬਣਾਉਣੀ ਹੈ ਤਾਂ ਅਸੀਂ ਕੀ ਕਰਦੇ ਹਾਂ, ਸ਼ੇਪ ਟੂਲ 'ਤੇ ਗਏ, ਸ਼ੇਪ ਟੂਲ 'ਤੇ ਜਾ ਕੇ ਨਾ ਇਹਨੂੰ ਕੰਟਰੋਲ ਨੂੰ ਆਪਾਂ ਹੋਲਡ ਰੱਖ ਕੇ, ਇੱਧਰ ਇੱਥੋਂ ਲੈ ਲੈਂਦੇ ਹਾਂ, ਇੱਕ ਮਿੰਟ, ਕੰਟਰੋਲ ਹੋਲਡ ਰੱਖ ਕੇ ਇਸ ਤਰੀਕੇ ਨਾਲ ਇੱਧਰ ਨੂੰ ਚਲੇ ਗਏ, ਔਰ ਇੱਧਰੋਂ ਇਸ ਤਰੀਕੇ ਨਾਲ ਇੱਧਰ ਨੂੰ ਚਲੇ ਗਏ। ਜਿਹੜੇ ਮੈਂ ਆਹ ਪੁਆਇੰਟ ਹੈ ਇੱਥੇ, ਜਦੋਂ ਮੈਂ ਮਾਊਸ ਨੂੰ ਮੂਵ ਕਰ ਰਿਹਾ ਨਾ, ਮਾਊਸ ਨਾਲ ਇਸ ਪੁਆਇੰਟ 'ਤੇ ਮੂਵ ਕਰ ਰਿਹਾ ਤਾਂ ਉਦੋਂ ਮੈਂ ਕੰਟਰੋਲ ਪਕੜ ਲਵਾਂ। ਜੇ ਮੈਂ ਕੰਟਰੋਲ ਪਕੜਨਾ ਤਾਂ ਹੁਣ ਇਹ 0, ਹੁਣ ਇਸ ਵੇਲੇ ਨਾ ਇਹ ਡੀ ਬਣ ਗਈ, ਮੈਂ ਅੰਦਰ ਨੂੰ ਲੈ ਗਿਆ। ਆ ਲਾਈਨ ਮੈਂ ਚਾਹੁੰਦਾ ਨਾ ਆਵੇ ਤਾਂ ਫਿਰ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਆਪਾਂ ਮਾਊਸ ਨੂੰ ਬਾਹਰ ਰੱਖਾਂਗੇ ਤਾਂ ਲਾਈਨ ਨਹੀਂ ਆਊਗੀ।
ਹੁਣ ਇੱਦਾਂ ਹੀ ਟੈਕਸਟ 'ਤੇ ਚੱਲਦੇ ਹਾਂ। ਟੈਕਸਟ 'ਤੇ ਵੀ ਦੇਖਣਾ ਸ਼ੇਪ ਟੂਲ ਦਾ ਕੀ ਕੰਮ ਹੈ। ਆਪਾਂ ਟੈਕਸਟ 'ਤੇ ਕਲਿੱਕ ਕਰਦੇ ਹਾਂ। ਇੱਥੇ ਕੋਈ ਟੈਕਸਟ, ਆਰਟਿਸਟਿਕ ਟੈਕਸਟ ਲਿਖਣ ਵਾਸਤੇ ਜਗ੍ਹਾ ਬਣ ਗਈ। ਇੱਥੇ ਆਪਾਂ ਟੈਕਸਟ ਲਿਖ ਦਿੰਦੇ ਹਾਂ ਰਾਮਾਂਸ਼ੂ, ਐਨੀ ਕੋਈ ਵੀ ਟੈਕਸਟ, ਰਾਮਾਂਸ਼ੂ ਕੁਮਾਰ ਲਿਖ ਦਿੰਦੇ ਹਾਂ। ਤਾਂ ਇਹ ਹੁਣ ਟੈਕਸਟ ਬਣ ਗਿਆ। ਜਦੋਂ ਇਹਨੂੰ ਟੈਕਸਟ ਨੂੰ ਚੂਜ਼ ਕਰ ਲਿਆ, ਇਹਨੂੰ ਟੈਕਸਟ ਨੂੰ ਬਣਾਉਣ ਤੋਂ ਬਾਅਦ ਆਪਾਂ ਸ਼ੇਪ ਟੂਲ ਯੂਜ਼ ਕਰਦੇ ਹਾਂ। ਤਾਂ ਯੂ ਸੀ, ਮੈਂ ਥੋੜ੍ਹਾ ਵੱਡਾ ਕਰਦਾ, ਯੂ ਸੀ ਕਿ ਇਹਦੇ ਵਿੱਚ ਨਾ ਸ਼ੇਪ ਟੂਲ ਦਾ ਕੰਮ ਕੀ ਆ। ਰਾਮਾਂਸ਼ੂ ਦੇ ਜਿੱਥੇ ਮੈਂ ਹੁਣ ਮਾਊਸ ਮੂਵ ਕਰ ਰਿਹਾ ਨਾ, ਇੱਕ ਆਹ ਬਟਨ ਜਿਹਾ ਬਣਿਆ ਹੋਇਆ, ਇੱਕ ਇਹ ਚੀਜ਼ ਬਣੀ ਹੋਈ ਹੈ ਇੱਕ, ਇਹਦਾ ਕੰਮ ਕੀ ਹੈ, ਰਾਮਾਂਸ਼ੂ ਦੇ ਅੱਖਰਾਂ ਨੂੰ ਵਿਚਾਲੇ ਸਪੇਸ ਵਧਾਉਣੀ। ਦੇਖਿਓ ਜਦੋਂ ਆਪਾਂ ਇਹਨੂੰ ਖਿੱਚ ਕੇ ਵੱਡਾ ਕਰਦੇ ਹਾਂ ਤਾਂ ਰਾਮਾਂਸ਼ੂ ਦੇ ਅੱਖਰਾਂ ਦੇ ਵਿੱਚ ਨਹੀਂ ਕਹਿ ਲਓ ਵੀ ਕਰੈਕਟਰ ਸਪੇਸਿੰਗ ਇਨਕਰੀਜ਼ ਹੋ ਗਈ। ਇਹ ਮੈਂ ਰਾਈਟ ਸਾਈਡ ਨੂੰ ਮੂਵ ਕੀਤਾ ਤਾਂ ਇਨਕਰੀਜ਼ ਹੋ ਗਈ, ਜੇ ਮੈਂ ਲੈਫਟ ਸਾਈਡ ਨੂੰ ਮੂਵ ਕਰੂੰਗਾ ਤਾਂ ਇਟ ਮੇ ਡਿਕਰੀਜ਼। ਇਹ ਹੁਣ 0 ਤੋਂ ਵੀ ਘੱਟ ਗਈ, ਇਨੀਸ਼ੀਅਲੀ 0 ਸੀਗੀ, ਹੁਣ 0 ਤੋਂ ਘੱਟ ਹੀ ਹੈ। ਇੱਥੇ ਨੂੰ ਜੇ ਆਪਾਂ ਲੈ ਜਾਂਦੇ ਹਾਂ, ਮੇਬੀ ਇੱਥੇ ਜਿੱਥੇ ਵੀ ਪਹਿਲਾਂ ਸੀ ਉਹ 0 ਸੀ, ਜਦੋਂ ਆਪਾਂ ਨੂੰ ਇਨਕਰੀਜ਼ ਕਰਾਂਗੇ ਤਾਂ ਵੱਧ ਜੂਗੀ। ਅਤੇ ਇਹਦੇ ਵਿੱਚ ਮੈਂ ਦੁਬਾਰਾ ਇੱਕ ਮਿੰਟ ਚੇਂਜ ਕਰਦਾ, ਜਿਵੇਂ ਰਾਮਾਂਸ਼ੂ ਕੁਮਾਰ ਦੇ ਨਾਲ ਐਂਟਰ ਦਬ ਕੇ ਇਹਦੇ ਨੀਚੇ ਮੈਂ ਲਿਖ ਦੇਣਾ ਚੇਤਨ ਮੌਰਿਆ, ਫਿਰ ਐਂਟਰ ਦਬ ਕੇ ਇੱਥੇ ਲਿਖ ਦੇਣਾ ਰਾਹੁਲ ਕੁਮਾਰ। ਹੁਣ ਜੇ ਤੁਸੀਂ ਸ਼ੇਪ ਟੂਲ ਨੂੰ ਯੂਜ਼ ਕਰਦੇ ਹੋ ਤਾਂ ਇਹਦੇ 'ਚ ਨੀਚੇ ਵੀ ਆਹ ਲਾਈਨ ਹੈਗੀ ਆ, ਇਹਦਾ ਕੰਮ ਕੀ ਹੋਊਗਾ, ਆਪਾਂ ਨੂੰ ਡਰੈਗ ਕਰਕੇ ਥੱਲੇ ਨੂੰ ਖਿੱਚਦੇ ਹਾਂ ਤਾਂ ਫਿਰ ਇਹਦੇ ਨਾਲ ਲਾਈਨ ਸਪੇਸਿੰਗ ਵੱਧ ਜਾਂਦੀ ਹੈ। ਯਾਨੀ ਕਿ ਜੇ ਮਲਟੀਪਲ ਲਾਈਨਸ ਨੇ ਤਾਂ ਇਹਦਾ ਅਸਰ ਦਿਖੂਗਾ, ਜੇ ਸਿੰਗਲ ਲਾਈਨ ਆ ਤਾਂ ਇਹਦਾ ਅਸਰ ਦਿਖਣਾ ਨਹੀਂ ਹੈਗਾ। ਇਹਦਾ ਕੰਮ ਹੋ ਗਿਆ ਲਾਈਨ ਸਪੇਸਿੰਗ ਨੂੰ ਚੇਂਜ ਕਰਨਾ ਹੈ। ਆਪਾਂ ਇਹਨੂੰ 0 ਤੋਂ ਘਟਾ ਕੇ ਇੱਦਾਂ ਵੀ ਲਿਜਾ ਸਕਦੇ, ਇੱਕ ਦੂਜੇ ਉੱਪਰ ਓਵਰਲੈਪਿੰਗ ਹੋ ਗਈ। ਤੋ ਦਿਸ ਇਜ਼ ਵਾਟ ਟੈਕਸਟ ਦੇ ਉੱਤੇ ਸ਼ੇਪ ਟੂਲ ਦਾ ਕੰਮ ਕੀ ਹੋ ਗਿਆ। ਟੈਕਸਟ ਦੇ ਉੱਤੇ ਉਹਦੇ ਨਾਲ ਆਪਾਂ ਸਪੇਸਿੰਗ ਵਧਾ ਸਕਦੇ ਹਾਂ, ਜਾਂ ਕਰੈਕਟਰਸ ਦੀ ਜਾਂ ਲਾਈਨ। ਰੈਕਟੈਂਗਲ ਦੇ ਉੱਤੇ ਸ਼ੇਪ ਟੂਲ ਦਾ ਕੰਮ ਹੋ ਗਿਆ, ਉਹਦੇ ਆਪਾਂ ਰਾਊਂਡ ਕਾਰਨਰਸ ਨੂੰ ਰਾਊਂਡ ਕਰ ਸਕਦੇ ਹਾਂ। ਸਰਕਲ ਜਾਂ ਐਲਿਪਸ ਦੇ ਉੱਤੇ ਉਹਦਾ ਕੰਮ ਹੋ ਗਿਆ ਕਿ ਆਪਾਂ ਉਸ ਐਲਿਪਸ ਜਾਂ ਸਰਕਲ ਨੂੰ ਵੈਜ ਜਾਂ ਆਰਕ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਅਤੇ ਐਨੀਵੇ ਇਹ ਆਈ ਹੋਪ ਕਿ ਤੁਸੀਂ ਜਦੋਂ ਵਰਤੋਗੇ ਤੁਹਾਨੂੰ ਹੋਰ ਪਤਾ ਲੱਗ ਜਾਊਗਾ। ਅੱਜ ਜਿਹੜਾ ਮੈਂ ਜ਼ੂਮ ਕੀਤਾ ਸੀ ਨਾ, ਇਹ ਮਾਊਸ ਨੂੰ ਸਕਰੋਲ ਕਰਕੇ ਇੱਦਾਂ ਜ਼ੂਮ ਹੋ ਜਾਂਦਾ ਹੈ। ਇੱਦਾਂ ਅਗਰ ਮੈਂ ਬਾਹਰ ਵੱਲ ਨੂੰ ਸਕਰੋਲ ਕਰਨਾ ਜਾਂ ਅੰਦਰ ਵੱਲ ਨੂੰ ਸਕਰੋਲ ਕਰਦਾ ਨਾ, ਸਕਰੋਲ ਆਊਟ ਜਾਂ ਸਕਰੋਲ ਇਨ, ਉਹਦੇ ਨਾਲ ਆਪਾਂ ਜ਼ੂਮ ਕਰ ਸਕਦੇ ਹਾਂ। ਹੁਣ ਸ਼ੇਪ ਟੂਲ ਰਾਹੀਂ ਮੇਨ ਵਿੱਚ ਰੋਲ ਵੀ ਸ਼ੇਪ ਟੂਲ ਦਾ ਹੀ ਆ। ਆਪਾਂ ਸ਼ੇਪ ਟੂਲ ਨੂੰ ਹੀ ਯੂਜ਼ ਕਰਦੇ ਆ। ਕਿਵੇਂ? ਇਹ ਤਾਂ ਸੀਗੀਆਂ ਜਸਟ ਟੈਕਸਟ ਜਾਂ ਐਲਿਪਸ ਜਾਂ ਰੈਕਟੈਂਗਲ, ਉਹਦੇ 'ਤੇ ਸ਼ੇਪ ਟੂਲ ਦਾ ਕੰਮ ਲਿਮਿਟਡ ਹੈ, ਇੰਨਾ ਹੀ ਹੈ ਜਿੰਨਾ ਹੁਣ ਕਰਵਾਇਆ। ਜੇ ਅਗਰ ਆਪਾਂ ਕੋਈ ਫਰੀ ਹੈਂਡ ਡਰਾਇੰਗ ਬਣਾਉਂਦੇ ਹਾਂ, ਸਪੋਜ਼ ਕਰੋ ਕਿ ਆਹ ਮੈਂ ਫਰੀ ਹੈਂਡ ਡਰਾਇੰਗ ਬਣਾਈ ਕੋਈ ਵੀ, ਮੰਨ ਲਓ ਮੈਂ ਇੱਕ ਫਰੀ ਹੈਂਡ ਡਰਾਇੰਗ ਨਾਲ ਇੱਦਾਂ ਦੁਬਾਰਾ ਇੱਥੋਂ ਫਿਰ ਕਲਿੱਕ ਕਰ ਲਓ, ਇੱਦਾਂ ਲਾਈਨ ਫਿਰ ਬਣ ਗਈ, ਫਿਰ ਕਲਿੱਕ ਕਰੋ, ਆਹ ਫਿਰ ਬਣ ਗਈ, ਫਿਰ ਕਲਿੱਕ ਕਰੋ। ਯਾਨੀ ਕਿ ਜੇ ਮੈਂ ਇੱਥੇ ਕਲਿੱਕ ਕਰੂੰਗਾ ਤਾਂ ਇੱਥੇ ਲਾਈਨ ਬੰਦ ਹੋ ਜਾਊਗੀ, ਪਰ ਮੈਂ ਜੇ ਕਲਿੱਕ ਕਰਕੇ ਦੁਬਾਰਾ ਇੱਥੋਂ ਫਿਰ ਕਲਿੱਕ ਕਰ ਲਿਆ, ਜਾਂ ਮੈਂ ਡਬਲ ਕਲਿੱਕ ਕਰ ਲਿਆ ਜਾਂ ਮੈਂ 2 ਵਾਰੀ ਕਲਿੱਕ ਕਰ ਲਿਆ, ਦੈਨ ਅੱਗੋਂ ਫਿਰ ਇਹ ਕੰਟੀਨਿਊਸ ਚੱਲ ਗਈ। ਸਪੋਜ਼ ਮੈਂ ਇੱਥੇ ਫਿਰ ਕਲਿੱਕ ਕਰਕੇ ਦੁਬਾਰਾ ਫਿਰ ਇੱਥੇ ਕਲਿੱਕ ਕਰ ਲਿਆ, ਲਾਈਨ ਚੱਲ ਗਈ। ਅਤੇ ਜੇ ਤਾਂ ਮੈਂ ਇੱਥੇ ਕਲਿੱਕ ਕਰਕੇ ਛੱਡ ਦੇਵਾਂ, ਇਹ ਕੀ ਬਣ ਗਿਆ, ਇਹ ਇੱਕ ਸ਼ੇਪ ਬਣੀ ਜਿਹੜੀ ਕਿ ਓਪਨ ਹੈ, ਕਲੋਜ਼ ਨਹੀਂ ਹੈਗੀ। ਕਲੋਜ਼ ਨਹੀਂ ਹੈਗੀ ਕਿਵੇਂ ਕਿ ਇਹਦੇ ਜਿਹੜੇ ਆ ਹੈ ਨਾ ਬੰਦ ਨਹੀਂ ਹੈਗੀ, ਜਿਵੇਂ ਡੀ ਉੱਪਰ ਹੈ ਸ਼ੇਪ ਬੰਦ ਹੈ, ਜਿਵੇਂ ਇਹਦੀ ਸ਼ੇਪ ਹੈ, ਇਹ ਓਪਨ ਹੈ, ਇਹਨੂੰ ਆਪਾਂ ਕਹਿੰਦੇ ਹਾਂ ਓਪਨ ਕਰੋ। ਜੇ ਆਪਾਂ ਇਹਨੂੰ ਬੰਦ ਕਰ ਦਈਏ, ਮਤਲਬ ਮੈਂ ਇੱਥੋਂ ਸਪੋਜ਼ ਕਰੋ ਆ ਲਾਈਨ ਨੂੰ ਇੱਕ ਹੋਰ ਬਣਾਉਂਦੇ ਹਾਂ, ਇੱਥੋਂ ਬਿਲਕੁਲ ਇੱਥੋਂ ਸਟਾਰਟ ਕਰਦਾ, ਕਲਿੱਕ ਕਰਕੇ ਇੱਥੋਂ ਲਾਈਨ ਸ਼ੁਰੂ ਹੋ ਗਈ, ਇੱਥੇ ਅੱਗੇ ਬੰਦ ਕਰਤੀ। ਹੁਣ ਇਹ ਕੀ ਹੋਇਆ, ਹੁਣ ਇਹ ਸ਼ੇਪ ਬਣ ਗਈ ਕਲੋਜ਼। ਜੋ ਵੀ ਸ਼ੇਪ ਬਣੀ, ਇੱਕ ਇਹਨੂੰ ਆਪਾਂ ਬਹੁਭੁਜੀ ਕਹਿ ਦਿੰਦੇ ਹਾਂ। ਅਤੇ ਹੁਣ ਇੱਥੇ ਸ਼ੇਪ ਟੂਲ ਦਾ ਕੰਮ ਕੀ ਆ, ਤੁਸੀਂ ਜਦੋਂ ਸ਼ੇਪ ਟੂਲ ਯੂਜ਼ ਕਰਦੇ ਹੋ ਤਾਂ ਇੱਥੇ ਆਪਾਂ ਨੂੰ ਆ ਇੱਕ ਨੋਟ, ਜਿੱਥੇ ਜਿੱਥੇ ਆਪਾਂ ਨੇ ਕਲਿੱਕ ਕੀਤਾ ਸੀਗਾ ਉੱਥੇ ਉੱਥੇ ਨੋਟਸ ਨੂੰ ਬਣ ਜਾਂਦੇ ਨੇ। ਐਨੀਵੇ ਇੱਥੇ ਫਰੀ ਹੈ, ਰੈਕਟੈਂਗਲ ਵਿੱਚ ਤਾਂ ਫਰੀ ਨਹੀਂ ਸੀ ਨਾ। ਜੇ ਆਪਾਂ ਰੈਕਟੈਂਗਲ ਦੀ ਨੋਟ ਨੂੰ ਡਰੈਗ ਕਰਦੇ ਹਾਂ ਤਾਂ ਇਹਦੇ 'ਚ ਆਪਣੇ ਕੋਲ ਲਿਮਿਟੇਸ਼ਨ ਹੈ ਕਿ ਆਪਾਂ ਬਸ ਇਹਨੂੰ ਇੱਦਾਂ ਰਾਊਂਡ ਹੀ ਕਰ ਸਕਦੇ ਹਾਂ, ਹੋਰ ਇਹਦੇ 'ਚ ਕੋਈ ਫਰੀ ਨਹੀਂ ਹੈਗਾ ਕਿ ਆਪਾਂ ਇਹਨੂੰ ਜਿੱਥੇ ਮਰਜ਼ੀ ਲੈ ਜਾਓ, ਜੋ ਮਰਜ਼ੀ ਕਰ ਲਓ, ਬਸ ਕਾਰਨਰਸ ਹੀ ਰਾਊਂਡ ਹੋਣੇ ਆ। ਜਿਹੜੀ ਆਹ ਨੋਡ ਹੈ ਕਰਵ ਦੀ, ਉਹਨੂੰ ਰੈਕਟੈਂਗਲ ਕਹਿੰਦੇ ਆ। ਰੈਕਟੈਂਗਲ ਦੀ ਨੋਟ 'ਚ ਲਿਮਿਟੇਸ਼ਨਸ ਨੇ,
लेकिन कर्व की जी नोड है वो बिल्कुल फ्री है। जो तुम कर्व में सिलेक्ट करते हो जिन्ने नोड्स ने ये कितने नोड्स ने 1A है 2A है 3 4 5 6 7 इस कर्व दी 7 नोड्स ने। नीचे स्टेटस से भी लिखा है कर्व 7 नोड्स कि ये कर्व है जोड़ा ये 7 नोड्स ने। जे तुसी किसी भी नोड पर माउस में ले जाते हो तो अपने आप ही वो जी नोड है ना वो सिलेक्ट होने वास्ते तैयार होगी हाईलाइट की हो जाती है। जो आप क्लिक करते हैं नोड सिलेक्ट होगी। जो नोड सिलेक्ट होगी तो आप माउस नाल इदां ही नोड नूं जिथे मर्जी मूव करके इहदी शेप अगेन चेंज कर सकते हैं। आ शेप माउस नूं इदां इहदा जो मर्जी बनाई चलो। तो जे अगर मान लो मैनू इत्थे खाली थां ते किते जिथे नोड नहीं है लाइन दे विच उत्थे क्लिक करूँगा तो यू सी इत्थे एक निक्का जिहा पॉइंट आ गया। हाले नोड नहीं बनी दोबारा इनू क्लिक करो तो यह नोड बन गई। नहीं नोड नहीं डबल क्लिक करने तो इतने नोड बनूगी। मैं गलत कह गया जिदा क्लिक करांगे तो एक पॉइंट ही है प्लस दबांगे तो नोड बनूगी। हुण मैं कीबोर्ड तो प्लस दब देना नोड बन गई। या जरूरत नहीं है मैं जिवें इत्थे डबल क्लिक कर देना डबल क्लिक करा नोड बन गई। तो एक तरीका है कि पहला क्लिक करो फिर कीबोर्ड तो प्लस दबो। दूजा तरीका है कि आपां सिंपली डबल क्लिक कर दो जिथे डबल क्लिक करांगे उत्थे नोड नवीं बन गई। रैक्टेंगल च नहीं इदां होना है। रैक्टेंगल जे मैं इत्थे क्लिक करा तो इत्थे नोड बन जूगी नहीं बननी। वो रैक्टेंगल है वो बाउंड है क्योंकि रैक्टेंगल ही रहना है। बट ये आपां ये रैक्टेंगल नहीं हैगी ये फ्री है ये जो मर्जी बनाई चलो। ये नोडा जे लगाइया ने उसका फायदा की जिवें इत्थे मैं नोड लगाई है इसका फायदा ये होगा कि आप नोड नाल इहनूं रीशेप दे सकते हैं इहदा कुछ होर बना सकते हैं। तो जे मैं एवें गलती ना किते क्लिक करा तो उत्थे नोड लगती नहीं है प्लस दबांगे तो लगूगी। मान लो नहीं लाउणी तो ना सही हट गई। तो जिवें हत्थ जिहा बनना होवे तिखा जिहा हत्थ बन गया। उंगलियां 5 करनियां होण तो इहनूं फिर क्लिक कर लिया डबल क्लिक किया ऐदां एक बारी फिर ऐ कर लिया ऐदां एक हरे होर बनाउणी है डबल क्लिक किया इहनूं ऐ कर लिया ऐदां कर लिया समथिंग लाइक इदां दी बन गई। जिवें हैंड ये हुंदा है आ अंगूठा बन गया आ अंगुल बन गई इदां है ना। तो आपां जो चीज़ सोची है जो साडे दिमाग च कोई कला है ही है कोई आर्ट हैगा है तो आपां ड्रॉ कर सकते हैं। शेप टूल का फ्री हैंड इहनूं कर्व कहने आ। एक क्लोज है या ओपन भी हो सकता है। जिहड़ा शेप टूल है वह कर्व के उत्ते बहुत काम ने आपां उहनूं ही अज लैक्चर सीखते हैं। मैं ये तो दसदा कि डबल क्लिक करांगे नोड लग जाती है। जे मैं किसी नोड के उपर डबल क्लिक करूँगा तो नोड हट भी जाती है। जिवें आ नोड है हटाउणी है एक तरीका यह है कि आप क्लिक करो सिलेक्ट होगी माइनस दबो कीबोर्ड तो यह नोड मिट जाऊगी। या फिर आप ये ना माउस नूं डबल क्लिक कर दें दैन नोड हट गई। नोड हट गई तो वह अपने आप ही दोनों बाकी नोडां जुड़ गई। नोड फिर लगा सकते हैं डबल क्लिक किया नोड लगी फिर उवें उपर चक लो ना जो मर्जी बना लो। तुसीं सीख लिया नोड लगाउणी ते हटाउणी ਉਹਦਾ ਪਰਪਸ ਵੀ ਪਤਾ ਲੱਗਿਆ ਕੀ ਹੈ। ਹੁਣ ਇਹਦੇ ਵਿੱਚ ਆਹ ਬਟਨ ਵੀ ਨੇ ਪਲੱਸ ਮਾਈਨਸ ਇਹ ਉਹੀ ਹੈ ਜਿਵੇਂ ਮੈਂ ਕੀਬੋਰਡ ਤੋਂ ਦੱਸਿਆ ਸੀਗਾ ਨੋਡ ਲਗਾਉਣੀ ਹੈ ਜਾਂ ਹਟਾਉਣੀ ਹੈ ਇਹਦੀਆਂ ਉੱਪਰ ਵੀ ਬਟਨ ਬਣੇ ਹੋਏ ਨੇ। ਤਾਂ ਇਹਨਾਂ ਦੀ ਤਾਂ ਜ਼ਰੂਰਤ ਹੀ ਹੈ ਨਹੀਂ ਕਿ ਆਪਣੇ ਕੋਲ ਡਬਲ ਕਲਿੱਕ ਉਹਦੇ ਨਾਲ ਹੀ ਨੋਡ ਲੱਗ ਜਾਂਦੀ ਹੈ ਉਹਦੇ ਨਾਲ ਨੋਡ ਹਟ ਜਾਂਦੀ ਹੈ। ਇਹਨਾਂ ਦੋਨਾਂ ਨੂੰ ਤਾਂ ਭਾਵੇਂ ਯੂਜ਼ ਹੀ ਨਾ ਕਰੋ ਇਹ ਨੋਡ ਲਗਾਉਣ ਅਤੇ ਹਟਾਉਣ ਵਾਸਤੇ ਹੀ ਨੇ। ਇਹਦੇ ਲਿਖਿਆ ਹੈ ਮਾਊਸ ਜਦੋਂ ਮਾਊਸ ਲੈ ਜਾਂਦੇ ਨਾ ਡਿਲੀਟ ਨੋਡ ਆ ਕੀ ਹੈ ਐਡ ਨੋਡ। ਇਹ ਜਿਹੜੀ ਆਹ ਸ਼ੀਟ ਹੈ ਇਹਨੂੰ ਆਪਾਂ ਪ੍ਰੋਪਰਟੀ ਸ਼ੀਟ ਕਹਿ ਦਿੰਦੇ ਹਾਂ ਜਾਂ ਪ੍ਰੋਪਰਟੀਜ਼ ਕਹਿ ਦਿੰਦੇ ਹਾਂ। ਪ੍ਰੋਪਰਟੀ ਵਾਲੀ ਬਾਹਰ ਇਹ ਕਦੋਂ ਖੁੱਲ੍ਹਦੀ ਹੈ ਇਹ ਉਦੋਂ ਖੁੱਲ੍ਹਦੀ ਹੈ। ਆਹ ਕਮਾਂਡਾਂ ਉਦੋਂ ਮਿਲਣਗੀਆਂ ਜਦੋਂ ਆਪਾਂ ਸ਼ੇਪ ਟੂਲ ਚੂਜ਼ ਕੀਤਾ ਹੋਵੇ ਔਰ ਕਰਵ ਸਿਲੈਕਟ ਕੀਤਾ ਹੋਵੇ। ਹੁਣ ਦੇਖਿਓ ਸਪੋਜ਼ ਕਰੋ ਮੈਂ ਆਹ ਕਰਵ ਨਹੀਂ ਹੈਗਾ ਇਹ ਆ ਹੋਏਗੀ ਐਲਿਪਸ ਆਪਾਂ ਐਲਿਪਸ 'ਤੇ ਚਲੇ ਗਏ। ਹੁਣ ਜਿਹੜਾ ਸ਼ੇਪ ਟੂਲ ਆ ਉਹਦੇ ਵਿੱਚ ਪ੍ਰੋਪਰਟੀਆਂ ਕੁਛ ਹੋਰ ਆ ਗਈਆਂ। ਇਹ ਪ੍ਰੋਪਰਟੀਜ਼ ਸਿਰਫ ਆਰਕ ਨਾਲ ਸੰਬੰਧਿਤ ਨੇ। ਜਦੋਂ ਮੈਂ ਇਹਨੂੰ ਕਲਿੱਕ ਕਰੂੰਗਾ ਦੈਨ ਆਪਾਂ ਨੂੰ ਕਮਾਂਡਾਂ ਮਿਲਣਗੀਆਂ। ਤੋ ਜਿਹੜੀ ਡਰਾਇੰਗ ਜਾਂ ਜਿਹੜਾ ਆਬਜੈਕਟ ਆਪਾਂ ਸਿਲੈਕਟ ਕੀਤਾ ਆ ਉਹਦੇ ਨਾਲ ਰਿਲੇਟਡ ਪ੍ਰੋਪਰਟੀਜ਼ ਆਪਾਂ ਨੂੰ ਪ੍ਰੋਪਰਟੀ ਬਾਰ 'ਚ ਦਿਖ ਜਾਂਦੀਆਂ ਨੇ। ਅਤੇ ਜੇ ਆਪਾਂ ਆਹ ਕਲਿੱਕ ਕਰਾਂਗੇ ਕਰਵ ਤਾਂ ਹੁਣ ਪ੍ਰੋਪਰਟੀਆਂ ਚੇਂਜ ਹੋ ਗਈਆਂ। ਇਹ ਕਿਹਦੀਆਂ ਨੇ ਇਹ ਸਿਲੈਕਟ ਟੂਲ ਹੈ। ਸਿਲੈਕਟ ਟੂਲ ਦਾ ਕੰਮ ਕੀ ਹੈਗਾ ਇਹ ਵੀ ਮੈਂ ਦੱਸਣਾ ਸੀ ਹਲੇ। ਸਿਲੈਕਟ ਟੂਲ ਨੂੰ ਆਪਾਂ ਕਲਿੱਕ ਕਰਕੇ
ਜਿਹੜੇ ਆਬਜੈਕਟ ਨੂੰ ਕਲਿੱਕ ਕਰਾਂਗੇ, ਜਿਵੇਂ ਆਹ ਟੈਕਸਟ ਨੂੰ ਕਲਿੱਕ ਕੀਤਾ, ਸਾਰਾ ਟੈਕਸਟ ਸਿਲੈਕਟ ਹੋ ਗਿਆ, ਇਹਨੂੰ ਕਲਿੱਕ ਕੀਤਾ, ਇਹ ਸਾਰਾ ਸਿਲੈਕਟ ਹੋ ਗਿਆ। ਯਾਨੀ ਅਸੀਂ ਸਿਲੈਕਟ ਟੂਲ ਦਾ ਕੰਮ ਹੈ ਕਿਸੇ ਵੀ ਆਬਜੈਕਟ ਨੂੰ ਸਿਲੈਕਟ ਕਰ ਸਕਦੇ ਹਾਂ। ਪਰ ਹੁਣ ਆਪਾਂ ਅੱਜ ਸਿਲੈਕਟ ਟੂਲ ਨਹੀਂ ਕਰਦੇ ਹੈਗੇ, ਅੱਜ ਆਪਾਂ ਕਰ ਰਹੇ ਹਾਂ ਸ਼ੇਪ ਟੂਲ। ਸ਼ੇਪ ਟੂਲ ਨੂੰ ਕਰਵ 'ਤੇ ਕਿਵੇਂ ਯੂਜ਼ ਕਰਨਾ ਹੈ ਇਹ ਆਪਾਂ ਸਿੱਖਣ ਲੱਗੇ ਹਾਂ ਜੀ। ਮੈਂ ਆਹੀ ਕਰਵ ਨੂੰ ਚੂਜ਼ ਕਰ ਲਿਆ, ਉੱਧਰੋਂ ਸ਼ੇਪ ਟੂਲ ਚੂਜ਼ ਕਰ ਲਿਆ, ਇਹ ਪ੍ਰੋਪਰਟੀ ਸ਼ੀਟ ਦੇ ਵਿੱਚ ਸਾਨੂੰ ਦਿਖ ਰਹੀਆਂ ਨੇ। ਹੁਣ ਜੇ ਕੋਈ ਨੋਡ ਸਿਲੈਕਟਡ ਨਹੀਂ ਹੈ ਤਾਂ ਕਈ ਚੀਜ਼ਾਂ ਇਹ ਡਿਮ ਨੇ, ਆਪਾਂ ਕਿਸੇ ਨੋਡ ਨੂੰ ਸਿਲੈਕਟ ਕਰ ਲਈਏ, ਦੈਨ ਇਹ ਕਮਾਂਡਾਂ ਐਕਟਿਵ ਹੋ ਗਈਆਂ। ਜਦੋਂ ਇਹ ਨੋਡ ਸਿਲੈਕਟਡ ਹੈ ਤਾਂ ਮਾਈਨਸ ਦਬਾਂਗੇ ਤਾਂ ਇਹ ਨੋਡ ਮਿਟ ਜੂਗੀ। ਕਿਹੜੀ ਨੋਡ ਮਿਟੂਗੀ? ਜਿਹੜੀ ਸਿਲੈਕਟਡ ਹੈ। ਤੇ ਜੁਆਇਨ ਟੂ ਨੋਡਸ, ਇਹਦਾ ਕੰਮ ਕਦੋਂ ਹੈ? ਜਦੋਂ ਦੋ ਨੋਡਸ ਨੂੰ ਆਪਾਂ ਜੋੜਨਾ ਹੋਵੇ। ਹੁਣ ਤਾਂ ਇੱਥੇ ਕੀ ਹੈ, ਪਹਿਲਾਂ ਜੁੜਿਆ ਹੋਇਆ, ਆਪਾਂ ਜੁਆਇਨ ਬਾਅਦ ਯੂਜ਼ ਕਰਦੇ ਹਾਂ, ਪਹਿਲਾਂ ਯੂਜ਼ ਕਰਦੇ ਹਾਂ ਬ੍ਰੇਕ ਕਰੋ। ਬ੍ਰੇਕ ਕਰੋ ਦਾ ਕੰਮ ਕੀ ਹੈ? ਜਿਹੜੀ ਹਾਂ ਨਾ ਨੋਡ ਹੈ ਨਾ, ਇਹ ਜੁੜੀ ਹੋਈ ਹੈ ਨਾ, ਇਹ ਦੋ ਪੁਆਇੰਟਾਂ ਨੂੰ, ਯਾਨੀ ਕਿ ਆਹ ਦੋ ਲਾਈਨਾਂ ਨੂੰ ਜੋੜਦੀ ਪਈ ਹੈ। ਜੇ ਮੈਂ ਆਹ ਬਟਨ ਦੱਬ ਦੂੰਗਾ ਬ੍ਰੇਕ ਕਰੋ ਤਾਂ ਕੀ ਹੋਊਗਾ? ਲੈਟਸ ਸੀ, ਇੱਥੇ ਦੋ ਨੋਡਾਂ ਬਣ ਗਈਆਂ, ਅਲੱਗ-ਅਲੱਗ ਹੋ ਗਈਆਂ, ਇਹ ਨੋਡਾਂ ਟੁੱਟ ਗਈਆਂ। ਹੁਣ ਇੱਕ ਕਰਵ ਬਣ ਗਿਆ ਓਪਨ। ਆਪਾਂ ਇਹਨੂੰ ਅੱਗੋਂ ਵੀ ਜਿੰਨੂੰ ਮਰਜ਼ੀ ਤੋੜੀ ਚੱਲੋ, ਇਹ ਓਪਨ ਅਲੱਗ-ਅਲੱਗ ਪਾਥ ਬਣ ਜਾਣਗੇ। ਜਿਵੇਂ ਮੈਂ ਇਹਨੂੰ ਕਲਿੱਕ ਕੀਤਾ, ਬ੍ਰੇਕ ਦੱਬਿਆ ਤਾਂ ਇਹ ਵੀ ਟੁੱਟ ਗਈ। ਇਹ ਮੂਵ ਕਰਕੇ ਦੇਖੋ ਨਾ, ਤੇ ਇਹ ਅਲੱਗ ਹੋ ਗਿਆ। ਹੁਣ ਕੀ ਆ, ਡਬਲਿਊ ਜਿਹੜੀ ਬਣੀ ਹੋਈ ਹੈ ਸ਼ੇਪ, ਇਹ ਇੱਕ ਅਲੱਗ ਸ਼ੇਪ ਬਣ ਗਈ, ਬਟ ਆਬਜੈਕਟ ਇੱਕੋ ਹੀ ਹੈ। ਇੱਕੋ ਹੀ ਆਬਜੈਕਟ ਦੇ ਵਿੱਚ ਇਹ ਇੱਕ ਪਾਥ ਹੋ ਗਿਆ, ਆ ਦੂਜਾ। ਹੁਣ ਇੱਥੇ ਦੇਖੋ ਨੀਚੇ ਲਿਖਿਆ ਕਰਵ, ਜਿਹੜਾ ਸਿਲੈਕਟਡ ਆ ਉਹਦੀ ਪ੍ਰੋਪਰਟੀ ਲਿਖੀ ਹੋਈ ਹੈ ਕਰਵ। ਨੀਚੇ ਨਾ ਪੜ੍ਹ ਰਹੇ ਹੋ ਨਾ, ਕਰਵ, ਇੱਥੇ ਲਿਖਿਆ ਹੈ 16 ਨੋਡਸ, ਯਾਨੀ ਜਿਹੜਾ ਇਹ ਕਰਵ ਸਿਲੈਕਟ ਕੀਤਾ ਹੋਇਆ ਇਹਦੇ ਵਿੱਚ ਕੁੱਲ ਨੋਡਾਂ ਦੀ ਗਿਣਤੀ 16 ਹੈ। ਇੱਥੇ ਨਾਲ ਲਿਖਤਾ 2 ਸਬ ਪਾਥਸ। ਸਬ ਪਾਥ 2 ਕਿਉਂ ਬਣਾਤੇ ਇਹਨੇ, ਕਿਉਂ ਕਹਤਾ? ਇਹ ਚੀਜ਼ ਪਹਿਲਾਂ ਨਹੀਂ ਲਿਖੀ ਸੀਗੀ। ਸਬ ਪਾਥ ਬਣ ਗਿਆ ਵੀ ਇਹਦੇ ਵਿੱਚ ਆ ਇੱਕ ਅਲੱਗ ਹੈ, ਇਹ ਅਲੱਗ ਹੈ। ਦੋ ਸਬ ਪਾਥ ਨੂੰ ਇਕੱਠਾ ਇੱਕ ਆਬਜੈਕਟ ਦੇ ਵਿੱਚ ਕੰਬਾਈਨ ਕੀਤਾ ਹੋਇਆ। ਤੋ ਜੇ ਆਪਾਂ ਹੁਣ ਸਪੋਜ਼ ਦੈਟ ਕਿ ਇਹਨੂੰ ਇਹਦੇ ਨਾਲ ਜੋੜਨਾ ਹੋਵੇ, ਇਹਨੂੰ ਇਹਦੇ ਨਾਲ ਜੋੜਨਾ ਹੋਵੇ, ਇੱਕ ਤਾਂ ਤਰੀਕਾ ਇਹ ਵੀ ਹੈਗਾ, ਬਸ ਜਦੋਂ ਮਾਊਸ ਨੂੰ ਨਾ, ਮਾਊਸ ਦੇ ਨਾਲ ਇਹਨੂੰ ਡਰੈਗ ਕਰਕੇ ਉਹਦੇ ਨੋਡ ਦੇ ਉੱਪਰ ਲੈ ਜਾਵਾਂਗੇ, ਆਪਣੇ ਆਪ ਹੀ ਜੁੜ ਜਾਣੀ ਹੈ, ਚੁੰਮੋ ਵਾਂਗੂ ਆਪਣੇ ਆਪ ਹੀ। ਜਦੋਂ ਉਹਦੇ ਨੋਡ ਨਾਲ ਨੋਡ ਜੋੜਾਂਗੇ, ਨੇੜੇ ਲੈ ਕੇ ਆਵਾਂਗੇ, ਆਪਣੇ ਆਪ ਜੁੜ ਜਾਊਗੀ। ਤੋ ਜੇ ਆਪੇ ਜੁੜ ਜੂਗੀ ਤਾਂ ਇਹਦਾ ਮਤਲਬ ਕਿ ਇਹਦੀ ਜ਼ਰੂਰਤ ਹੀ ਨਹੀਂ ਹੈਗੀ ਜੁਆਇਨ ਟੂ ਨੋਡਸ ਦੀ। ਤਾਂ ਜੇ ਆਪਾਂ ਜੇ ਆਪਾਂ ਆਹ ਨੋਡ ਤੇ ਆਹ ਨੋਡ ਇੱਦਾਂ, ਹੁਣ ਦੇਖੀ ਆਪਾਂ ਨਾਲ ਲੱਗੇ ਜਾਂਦੇ ਹਾਂ, ਇਹ ਜਦੋਂ ਨਾਲ ਲੱਗੇਗੀ ਆਪੇ ਜੁੜੂਗੀ। ਤੋ ਯਾਨੀ ਇਹ ਕੰਮ ਕਿਹਦਾ ਹੋ ਗਿਆ? ਜੁਆਇਨ ਟੂ ਨੋਡਸ ਆਹ ਕੰਮ ਆਪੇ ਹੋ ਗਿਆ। ਇਹ ਵੀ ਹੈਗਾ, ਆਪਾਂ ਇੱਕ ਨੋਡ ਇਹਨੂੰ ਸਿਲੈਕਟ ਕੀਤਾ, ਇਹ ਸਿਲੈਕਟ ਹੋ ਗਈ। ਹੁਣ ਸ਼ਿਫਟ ਦੱਬ ਕੇ ਇੱਕ ਚੀਜ਼ ਨਵੀਂ ਆਊਗੀ, ਸ਼ਿਫਟ ਦੱਬ ਕੇ ਇਹਨੂੰ ਕਲਿੱਕ ਕਰਾਂਗੇ ਤਾਂ ਇਹ ਨੋਡ ਵੀ ਸਿਲੈਕਟ ਹੋ ਗਈ, ਦੋਨੇ ਨੋਡਾਂ ਸਿਲੈਕਟ ਹੋ ਗਈਆਂ। ਹੁਣ ਜੇ ਆਹ ਬਟਨ ਦਬੂੰਗਾ ਜੁਆਇਨ ਵਾਲਾ ਤਾਂ ਇਹ ਕੀ ਕਰੂਗਾ? ਦੋਹਾਂ ਨੋਡਾਂ ਨੂੰ ਨੇੜੇ ਕਰਕੇ ਜੋੜ ਦਊਗਾ। ਤੋ ਇਹਦਾ ਕੰਮ ਸਮਝ ਲੱਗੀ ਨਾ ਕਿ ਇੱਕ ਡਰਾਇੰਗ ਹੈ, ਉਹਦੀਆਂ ਦੋ ਨੋਡਸ ਅਗਰ ਅਲੱਗ-ਅਲੱਗ ਨੇ, ਉਹਨੂੰ ਜੋੜਨਾ ਹੋਵੇ ਤਾਂ ਜੋੜ ਸਕਦੇ ਹਾਂ। ਇੱਥੇ ਇੱਕ ਗੱਲ ਇਹ ਵੀ ਧਿਆਨ ਰੱਖਿਓ, ਆਪਾਂ ਜਿਵੇਂ ਹੁਣ ਆਹ ਇੱਕ ਨੋਡ ਹੈ ਤੇ ਇੱਕ ਨੋਡ ਆ ਗਈ, ਇਹਨਾਂ ਦੋਨਾਂ ਨੂੰ ਆਪਾਂ ਜੁਆਇਨ ਨਹੀਂ ਕਰ ਸਕਦੇ ਹੈਗੇ। ਇਹ ਜੁਆਇਨ ਨਹੀਂ ਹੋਣੀ ਹੈਗੀ, ਜੁਆਇਨ ਤਾਂ ਹੀ ਹੋਣਗੀਆਂ ਜਦੋਂ ਨੇ ਸਿਰੇ ਹੋਣ। ਸਿਰਾ ਥੋੜੀ ਹੈ ਨਾ ਇਹ। ਤੋ ਜੇ ਮੈਂ ਚਾਹਾਂ ਵੀ, ਮੇਰੀ ਮਰਜ਼ੀ ਨਹੀਂ ਚੱਲਣੀ ਇੱਥੇ ਕਿ ਮੈਂ ਇਹਨੂੰ ਤੈਨੂੰ ਆਪਸ 'ਚ ਜੁਆਇਨ ਨਹੀਂ ਕਰ ਸਕਦਾ। ਇੱਥੇ ਜੁਆਇਨ ਵਾਲੀ ਕਮਾਂਡ, ਆਹ ਵਾਲੀ ਜੁਆਇਨ ਵਾਲੀ ਕਮਾਂਡ ਹੈ, ਇਹ ਬ੍ਰੇਕ ਤਾਂ ਚਲਦੀ, ਜੁਆਇਨ ਵਾਲੀ ਕਮਾਂਡ ਵਰਕ ਨਹੀਂ ਕਰਦੀ। ਨੋਡਾਂ ਉਹੀ ਜੁਆਇਨ ਕਰ ਸਕਦੀਆਂ ਜਿਹੜੇ ਸਿਰੇ ਹੋਣ। ਤੋ ਆਈ ਹੋਪ ਕਿ ਤੁਹਾਨੂੰ ਸਮਝ ਲੱਗੀ। ਬ੍ਰੇਕ ਕਰੋ ਦਾ ਮਤਲਬ ਨੋਡਾਂ ਤੋੜਨੀਆਂ, ਤੇ ਜੁਆਇਨ ਦਾ ਮਤਲਬ ਨੋਡਾਂ ਜੋੜਨੀਆਂ, ਪਰ ਸਿਰੇ ਹੀ ਜੁੜਨਗੇ, ਇਨ ਬਿਟਵੀਨ ਦੀ ਨੋਡ ਨਹੀਂ ਜੁੜੂਗੀ। ਉਸ ਤੋਂ ਅੱਗੇ ਚੱਲਦੇ ਹਾਂ। ਆਹ ਦੋ ਆਪਸ਼ਨਾਂ ਨੇ, ਇਹਦੇ 'ਚ ਇੱਕ ਹੈਗਾ ਕਰਵ ਤੇ ਇੱਕ ਹੈਗਾ ਲਾਈਨ। ਆਹ ਲਾਈਨ ਹੈ, ਇਹ ਕਰਵ ਹੈ। ਹੁਣ ਜਿਵੇਂ ਜਿਹੜੀ ਆਪਾਂ ਆਹ ਨੋਡ ਚੂਜ਼ ਕੀਤੀ ਹੋਈ ਹੈ ਨਾ, ਇਹ ਨੋਡ ਤੋਂ ਲੈ ਕੇ ਆਹ ਨੋਡ ਤੱਕ ਸਟ੍ਰੇਟ ਲਾਈਨ ਹੈ। ਜੇ ਮੈਂ ਚਾਹੁੰਦਾ ਕਿ ਇੱਥੇ ਥੋੜ੍ਹਾ ਜਿਹਾ ਇੱਦਾਂ ਕਰਨਾ ਹੋਵੇ ਵੀ ਆਹ ਲਾਈਨ ਸਿੱਧੀ ਨਾ ਬਣੇ, ਇਹਦੇ ਵਿੱਚ ਮੈਂ ਕਰਵੇਚਰ ਦੇਣਾ ਆ, ਤਾਂ ਮੈਂ ਜਿਵੇਂ ਕਿ ਆਹ ਨੋਡ ਹੈ, ਇਸ ਨੋਡ ਨੂੰ ਮੈਂ ਆਹ ਕਰ ਦੇਣਾ। ਇਸ ਵੇਲੇ ਲਾਈਨ ਹੈਗੀ ਹੈ, ਤਾਂ ਹੀ ਕਰਕੇ ਲਾਈਨ ਬੰਦ ਹੈ। ਜੇ ਮੈਂ ਕਰਵ 'ਤੇ ਕਲਿੱਕ ਕਰੂੰਗਾ, ਹੁਣ ਆਹ ਨੋਡ ਤੋਂ ਆਹ ਤੱਕ ਕਰਵ ਬਣ ਗਿਆ। ਆਹ ਦੇਖੋ ਨਾ, ਪੁਆਇੰਟ ਜਿਹਾ ਬਣ ਗਿਆ। ਇਹਦਾ ਮਤਲਬ ਕੀ ਹੈ ਕਿ ਆਪਾਂ ਇਹਨੂੰ ਜਿਵੇਂ ਚਾਹੀਏ ਉਵੇਂ ਕਰਵੇਚਰ ਦੇ ਸਕਦੇ ਹਾਂ। ਤੋ ਸਟ੍ਰੇਟ ਸੀ, ਪਹਿਲਾਂ ਸੀ ਲਾਈਨ, ਹੁਣ ਉਹ ਬਣ ਗਿਆ ਕਰਵ। ਇਸ ਤਰ੍ਹਾਂ ਹੀ ਸਪੋਜ਼ ਕਿ ਇੱਥੇ ਵੀ ਆਪਾਂ ਕਰਵ ਬਣਾਉਣਾ, ਤਾਂ ਇਹਦਾ ਮਤਲਬ ਫਿਰ ਆਪਾਂ ਇਹਨੂੰ ਕਲਿੱਕ ਕਰਕੇ, ਇਹ ਆਹ ਨੋਡ ਨੂੰ ਕਲਿੱਕ ਕਰਕੇ ਇੱਥੇ ਵੀ ਆਪਾਂ ਕਹਿ ਦਈਏ ਟੂ ਕਰਵ, ਤੇ ਹੁਣ ਆਪਾਂ ਦੇਖੀਏ ਕਿ ਇਹਦਾ ਵੀ ਆਪਾਂ ਕਰਵੇਚਰ ਦੇ ਸਕਦੇ ਹਾਂ।
ਮਾਊਸ ਇੱਥੇ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਆਪਾਂ ਉਹ ਲਾਈਨ ਦੇ ਵਿੱਚ ਉਹਨੂੰ ਆਪਾਂ ਲਾਈਨ ਨੂੰ ਕਰਵ ਦਾ ਮਤਲਬ ਸਟ੍ਰੇਟ ਨਹੀਂ ਹੈਗੀ ਉਹ ਲਾਈਨ, ਜਿੱਦਾਂ ਮਰਜ਼ੀ ਉਹਨੂੰ ਘੁਮਾ ਸਕਦੇ ਹਾਂ। ਸਮਝ ਗਏ ਗੱਲ ਜੀ? ਕੀ ਸਿੱਖਿਆ ਆਪਾਂ ਨੇ? ਕਰਵ ਬਣਾਉਣਾ। ਕਰਵ ਬਣਾਉਣ ਵਾਸਤੇ ਕੀ ਕਰਦੇ ਹੁੰਦੇ ਆ? ਜਿਹੜੀ ਨੋਡ ਨੂੰ ਕਰਵ ਦੇਣਾ ਆ, ਜਿਹੜੀ ਨੋਡ 'ਤੇ ਆਪਾਂ ਲਾਈਨ ਜੋੜਨ ਵਾਸਤੇ, ਯਾਨੀ ਕਿ ਇੱਕ ਨੋਡ ਤੋਂ ਦੂਜੀ ਲਾਈਨ ਨੂੰ ਜੋੜਨ ਵਾਸਤੇ ਜਿਹੜੀ ਜੋ ਡਰਾਇੰਗ ਹੈ ਜਾਂ ਜੋ ਇੱਕ ਲਾਈਨ ਬਣਦੀ ਆ, ਉਹ ਲਾਈਨ ਸਟ੍ਰੇਟ ਹੋਵੇ ਜਾਂ ਕਰਵ ਹੋਵੇ, ਉਹ ਆਪਾਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਚੂਜ਼ ਕਰਾਂਗੇ। ਹੁਣ ਜਿਵੇਂ ਹੁਣ ਆਪਾਂ ਕਰਵ ਕੀਤੀ ਹੋਈ ਹੈ, ਜੇ ਮੈਂ ਹੁਣ ਲਾਈਨ 'ਤੇ ਕਲਿੱਕ ਕਰੂੰਗਾ ਨਾ ਤਾਂ ਉਹ ਸਟ੍ਰੇਟ ਲਾਈਨ ਬਣ ਜੂਗੀ। ਜੇ ਮੈਂ ਕਰਵ 'ਤੇ ਕਲਿੱਕ ਕਰੂੰਗਾ ਦੈਨ ਇਹਦੀ ਪ੍ਰੋਪਰਟੀ ਚੇਂਜ ਹੋ ਕੇ ਬਣ ਗਈ ਕਰਵ, ਤਾਂ ਆਪਾਂ ਇਹਨੂੰ ਕਰਵੇਚਰ ਦੇ ਸਕਦੇ ਹਾਂ। ਕਰਵੇਚਰ ਦੇਣ ਲੱਗਿਆਂ ਤੁਸੀਂ ਆਹ ਦੇਖੋ, ਇਹਨੂੰ ਆਪਾਂ ਕਹਿੰਦੇ ਹਾਂ ਕੰਟਰੋਲ ਪੁਆਇੰਟ। ਜਿਵੇਂ ਕਿ ਆਹ ਨੋਡ ਹੈ, ਇਸ ਨੋਡ ਦਾ ਜੇ ਤਾਂ ਇਹ ਲਾਈਨ ਹੈ, 2 ਲਾਈਨ ਹੁੰਦੀ ਫਿਰ ਤਾਂ ਆਹ ਕੰਟਰੋਲ ਪੁਆਇੰਟ ਨਹੀਂ ਸੀ ਹੋਣੇ। ਕੰਟਰੋਲ ਪੁਆਇੰਟ ਦੋਨੋਂ ਪਾਸੇ ਆ ਗਏ, ਇੱਕ ਪਾਸਾ ਇਹਦਾ ਸਿਰ ਰਾਈਟ, ਇੱਕ ਪਾਸਾ ਲੈਫਟ। ਜੇ ਅਗਰ ਮੰਨ ਲਓ ਕਿ ਇੱਕ ਪਾਸੇ ਦੀ ਆਹ ਨੋਡ ਇਹਦੀ ਸਟ੍ਰੇਟ ਲਾਈਨ ਹੋ ਜਾਂਦੀ, ਸਟ੍ਰੇਟ ਲਾਈਨ, ਤਾਂ ਹੁਣ ਕਰਵੇਚਰ ਦੀ ਜਿਹੜੀ ਕੰਟਰੋਲ ਪੁਆਇੰਟ ਹੈ ਇੱਕ ਪਾਸੇ ਰਹਿ ਗਈ, ਦੂਜੇ ਪਾਸੇ ਨਹੀਂ ਰਹੀ, ਇਕੱਲੀ ਲੈਫਟ ਰਹਿ ਗਈ, ਰਾਈਟ ਹਟ ਗਈ। ਤੋ ਹੁਣ ਇਹਦਾ ਕੀ ਹੈ ਮਤਲਬ ਕਿ ਆਪਾਂ ਜਿੰਨੀ ਇਹਨੂੰ ਦੂਰ ਕਰਾਂਗੇ ਉਨਾ ਇਹਦਾ ਕਰਵੇਚਰ ਡੀਪ ਹੋ ਜਾਊਗਾ, ਜਿੰਨਾ ਨੇੜੇ ਕਰਾਂਗੇ ਉਨਾ ਕਰਵੇਚਰ ਇਹਦਾ ਨੇੜੇ ਆ ਜਾਊਗਾ। ਇਹ ਐਂਗਲ ਹੈ, ਜਿੰਨੇ ਮਰਜ਼ੀ ਐਂਗਲ 'ਤੇ ਜਿੱਦਾਂ ਦੇ ਮਰਜ਼ੀ ਬਣਾ ਲਓ। ਜੇ ਅਗਰ ਇੱਥੇ ਵੀ ਆਪਾਂ 2 ਕਰਵ ਕਰ ਦਈਏ, ਇਹਨੂੰ ਵੀ ਕਰਤਾ 2 ਕਰਵ, ਹੁਣ ਅਸੀਂ ਇਹਨੂੰ ਕਲਿੱਕ ਕਰਦੇ ਹਾਂ ਤਾਂ ਸਟ੍ਰੇਟ ਇਹਨਾਂ ਨੂੰ ਇੱਦਾਂ ਮੂਵ ਕਰ ਸਕਦੇ ਹਾਂ। ਤੋ ਯਾਨੀ ਕਿ ਕੀ ਹੈ, ਇੱਕ ਨੋਡ ਦੇ ਲੈਫਟ ਐਂਡ ਰਾਈਟ ਦੋ ਪਾਸੇ ਕੰਟਰੋਲ ਪੁਆਇੰਟਸ ਹੋ ਸਕਦੇ ਨੇ, ਜੇ ਅਗਰ ਉਹ ਦੋਨੋਂ ਪਾਸੇ ਕਰਵੇਚਰ ਹੈ। ਜੇ ਇੱਕ ਪਾਸੇ ਕਰਵੇਚਰ ਹੈ ਤਾਂ ਉਹਦੀ ਕੰਟਰੋਲ ਪੁਆਇੰਟ ਇੱਕ ਪਾਸੇ ਹੋਊਗੀ, ਜਾਂ ਲੈਫਟ ਜਾਂ ਰਾਈਟ। ਅਤੇ ਇਹਨਾਂ ਜਿਹੜੇ ਕੰਟਰੋਲ ਪੁਆਇੰਟਸ ਨੇ, ਇਹਨਾਂ ਦੀ ਐਂਗਲ ਜਿੰਨਾ ਆਪਾਂ ਚਾਹੀਏ ਉਨਾ ਸੈੱਟ ਹੋ ਜਾਊਗਾ ਦੁਆਰਾ ਦੀ। ਇਹਨੂੰ ਨੋਡ ਨੂੰ ਕਲਿੱਕ ਕੀਤਾ, ਐਂਗਲ ਨੂੰ ਜਿੰਨਾ ਚਾਹੀਏ ਉਨਾ ਇਹਦਾ ਐਂਗਲ ਸੈੱਟ ਹੋ ਗਿਆ। ਅਤੇ ਇੱਕ ਇਹਦੀ ਡੀਪਨੈਸ, ਜਿੰਨੀ ਡੀਪਨੈਸ ਕਰਾਂਗੇ ਉਨਾ ਕਰਵੇਚਰ ਡੀਪ ਹੋ ਜਾਊਗਾ, ਜਿੰਨਾ ਘਟਾਵਾਂਗੇ ਘਟ ਜਾਊਗਾ। ਲਾਈਕ ਇੱਦਾਂ, ਜਿੱਦਾਂ ਦੀ ਸ਼ੇਪ ਆਪਾਂ ਚਾਹੀਏ ਉੱਦਾਂ ਦੀ ਸ਼ੇਪ ਬਣਾਉਣ ਵਾਸਤੇ ਇਹ ਆਪਾਂ ਨੂੰ ਫੀਚਰਸ ਮਿਲਦੇ ਨੇ। ਮੈਂ ਤਾਂ ਹਾਲੇ ਕੁਝ ਸੋਚਾਂ ਨਹੀਂ ਨਾ, ਐਵੇਂ ਬਿਨਾਂ ਸੋਚੇ ਬਣਾ ਰਿਹਾ। ਜਦੋਂ ਆਪਣੇ ਦਿਮਾਗ 'ਚ ਕੁਝ ਡਰਾਇੰਗ ਹੋਊਗੀ ਤਾਂ ਫਿਰ ਆਪਾਂ ਉਹ ਚੀਜ਼ ਜਾਂ ਕੋਈ ਚੀਜ਼ ਦੇਖ ਕੇ ਬਣਾਉਣੀ ਹੈ ਤਾਂ ਉਹ ਚੀਜ਼ ਆਪਾਂ ਬਣਾ ਸਕਦੇ ਹਾਂ। ਅਗੇਨ ਆਪਾਂ ਕਮਾਂਡਾਂ ਸਿੱਖਦੇ ਹਾਂ, ਇਹ 'ਚ ਹੋਰ ਕਿਹੜੀ ਆਪਸ਼ਨਸ ਨੇ। ਯੈਸ, ਪਹਿਲਾਂ ਨਾ ਆਹ ਇੱਕ ਨੋਡ ਹੈ, ਇਹਨੂੰ ਸਿਲੈਕਟ ਕਰ ਲਿਆ। ਇਸ ਨੋਡ ਦੇ ਉੱਤੇ ਨਾ ਇਹਨੂੰ ਆਪਾਂ ਕਹਿੰਦੇ ਹਾਂ ਕਸਪ। ਕਸਪ ਦੀ ਪੰਜਾਬੀ 'ਚ ਮਤਲਬ ਹੈ ਤਿੱਖਾ ਜਿਹਾ ਹੋਣਾ, ਜਿਵੇਂ ਤਿੱਖਾ ਜਿਹਾ। ਇਸ ਵੇਲੇ ਇਹ ਨੋਡ ਪਹਿਲਾਂ ਹੀ ਕਸਪ ਆ। ਇੱਥੇ 3 ਆਪਸ਼ਨਾਂ ਨੇ, 1 ਇਜ਼ ਕਸਪ, 2 ਇਜ਼ ਸਮੂਥ, 3 ਇਜ਼ ਸਿਮੈਟ੍ਰਿਕ। ਆਪਾਂ ਤਿੰਨਾਂ ਵਿੱਚੋਂ ਕੋਈ ਇੱਕ ਚੂਜ਼ ਕਰ ਸਕਦੇ ਹਾਂ, ਤਿੰਨੇ ਇਕੱਠੇ ਚੂਜ਼ ਨਹੀਂ ਹੋਣੇ। ਇਸ ਵੇਲੇ ਕੀ ਚੂਜ਼ ਕੀਤਾ ਹੋਇਆ? ਕਸਪ। ਜਿਹੜਾ ਚੂਜ਼ ਕੀਤਾ ਹੋਇਆ ਉਹ ਡਿਮ ਹੈ, ਕਿ ਤਾਂ ਪਹਿਲਾਂ ਹੀ ਹੋਇਆ ਆ। ਤੁਸੀਂ ਬਦਲਣਾ ਆ, ਤੁਸੀਂ ਇਸ ਨੋਡ ਨੂੰ, ਕਸਪ ਦਾ ਮਤਲਬ ਤਿੱਖਾ, ਤਿੱਖਾ ਤਾਂ ਹੀ ਬਣਿਆ ਹੋਇਆ। ਜੇ ਅਗਰ ਮੈਂ ਇਹ ਚਾਹਵਾਂ, ਜਿਵੇਂ ਆ ਦੇਖੋ ਨਾ ਇੱਥੇ ਆ ਕਾਰਨਰ, ਯਾਨੀ ਕਿ ਇੱਥੇ ਇੱਕ ਇੱਕ ਐ ਕਹਿ ਲਓ ਵੀ ਇੱਕ ਚੁੰਝ ਬਣੀ ਹੋਈ ਹੈ। ਕਸਪ ਦਾ ਮਤਲਬ ਤਿੱਖਾ ਪਾਸਾ ਬਣਿਆ ਹੋਇਆ। ਸਪੋਜ਼ ਦੈਟ ਕਿ ਆਹ ਨੋਡ ਨੂੰ ਮੈਂ ਕਹਿ ਦੇਵਾਂ ਵੀ ਇਹ ਤਿੱਖਾ ਪਾਸਾ ਨਾ ਰਵੇ, ਅਤੇ ਮੈਂ ਨਾ ਰਵੇ ਤਾਂ ਕਹਿਣ ਵਾਸਤੇ ਮੇਰੇ ਕੋਲ ਤਰੀਕਾ ਹੈਗਾ ਸਮੂਥ। ਜੇ ਮੈਂ ਸਮੂਥ 'ਤੇ ਕਲਿੱਕ ਕਰੂੰਗਾ ਤਾਂ ਹੁਣ ਕੀ ਹੋਇਆ, ਸ਼ੇਪ ਚੇਂਜ ਹੋ ਗਈ। ਮੈਂ ਦੁਬਾਰਾ ਥੋੜ੍ਹਾ ਜਿਹਾ ਬਦਲ ਕੇ ਦੱਸਦਾ ਕਿ ਜਦੋਂ ਮੈਂ ਲੈਫਟ ਅਤੇ ਰਾਈਟ ਦੋ ਪਾਸੇ ਆ ਗਏ ਨਾ, ਜਦੋਂ ਮੈਂ ਕੰਟਰੋਲ ਪੁਆਇੰਟ ਨੂੰ ਘੁਮਾਊਂਗਾ ਲੈਫਟ ਵਾਲੇ ਨੂੰ ਤਾਂ ਰਾਈਟ ਵਾਲਾ ਵੀ ਉਹਦੇ ਆਪੋਜ਼ਿਟ ਆਪੇ ਚੱਲੂਗਾ। ਯਾਨੀ ਕਿ ਇੱਥੇ ਕੀ ਆ, ਇੱਥੇ ਸਮੂਥ ਹੈ, ਇੱਥੇ ਸਿੱਧੀ ਸਟ੍ਰੇਟ ਹੈ, ਇੱਥੇ ਤਿੱਖਾ ਨਹੀਂ ਆਉਣਾ, ਕਸਪ ਨਹੀਂ ਆਉਣੀ ਹੈਗੀ। ਹਾਂ, ਡੀਪਨੈਸ ਮੈਂ ਜਿੰਨੀ ਮਰਜ਼ੀ ਇਹਨੂੰ ਮੈਂ ਵਧਾਊਂਗਾ, ਉਹਨੂੰ ਕੋਈ ਫਰਕ ਨਹੀਂ ਪੈਣਾ, ਉਹਨੂੰ ਵਧਾਊਂਗਾ, ਇਹਨੂੰ ਕੋਈ ਫਰਕ ਨਹੀਂ ਪੈਣਾ। ਬਟ ਇਹ ਕਸਪ ਹੈ, ਕਸਪ ਨਹੀਂ ਹੈਗਾ। ਜੇ ਮੈਂ ਦੁਬਾਰਾ ਫਿਰ ਕਸਪ 'ਤੇ ਕਲਿੱਕ ਕਰ ਦੇਵਾਂ ਤਾਂ ਹੁਣ ਇਹ ਕਸਪ ਹੋ ਗਿਆ। ਹੁਣ ਆਪਾਂ ਕੀ ਕਰ ਸਕਦੇ ਹਾਂ, ਇਹ ਕਲਿੱਕ ਕੀਤਾ ਆ ਨਾ, ਇੱਥੇ ਕੰਟਰੋਲ ਪੁਆਇੰਟ ਦਿਖ ਨਹੀਂ ਰਹੀ, ਦੂਰ ਹੈ, ਦੂਰ ਹੀ ਹੈ। 1 ਮਿੰਟ ਰੁਕਿਓ, ਕੰਟਰੋਲ W ਦੱਬ ਦਿਓ। ਕੰਟਰੋਲ W ਦਾ ਕੰਮ ਹੈ ਰਿਫਰੈਸ਼ ਕਰਨਾ। ਜਿਵੇਂ ਆਪਾਂ F5 ਦੱਬਦੇ ਹੁੰਦੇ ਰਿਫਰੈਸ਼ ਕਰਨ ਵਾਸਤੇ, ਅਤੇ ਕੰਟਰੋਲ W ਰਿਫਰੈਸ਼ ਕਰਨ ਵਾਸਤੇ। ਕੰਟਰੋਲ W ਦੱਬਣ ਤੋਂ ਬਾਅਦ ਹੁਣ ਇਹ ਦਿਖਣ ਲੱਗੀ, ਪਹਿਲਾਂ ਦਿਖਦੀ ਨਹੀਂ ਸੀਗੀ।
ਕੰਟਰੋਲ W ਦਾ ਕੰਮ ਹੈ ਰਿਫਰੈਸ਼। ਇਹਦਾ ਮਤਲਬ ਕੀ ਹੈ ਵੀ ਜਿਹੜੀ ਉਹ ਫਾਈਲ ਅੰਦਰ ਮੈਮਰੀ 'ਚ ਸੇਵ ਕਰੀ ਜਾ ਰਹੇ ਆ। ਮੈਂ ਕੱਲ੍ਹ ਦੱਸੀ ਸੀ ਗੱਲ ਵੈਕਟਰ ਬੇਸਡ ਕਿ ਉਹਨੇ ਇਹ ਨਹੀਂ ਕਰਨਾ ਹੈਗਾ, ਉਹਨੇ ਇਹਨੂੰ ਸਾਰੇ ਕੁਛ ਨੂੰ ਨਾ ਨੂਮੈਰੀਕਲੀ ਮੈਥਮੈਟੀਕਲੀ ਸ਼ੇਪ, ਉਹਦੀ ਸਾਈਜ਼, ਉਹਦੀਆਂ ਨੋਟਸ ਦੀ ਪੋਜੀਸ਼ਨ ਉਹਨਾਂ ਨੂੰ ਮੈਥਮੈਟੀਕਲੀ ਸਟੋਰ ਕੀਤਾ ਹੋਇਆ। ਅਤੇ ਮੈਥਮੈਟੀਕਲੀ ਜਿਹੜੀਆਂ ਇਨਸਟਰਕਸ਼ਨਾਂ ਸਟੋਰ ਨੇ ਜਾਂ ਜਿਹੜੀ ਕੋਡਿੰਗ ਸਟੋਰ ਆ ਉਸ ਕੋਡਿੰਗ ਨੂੰ ਕਨਵਰਟ ਕਰਕੇ ਸ਼ੇਪ ਬਣਾ ਕੇ ਦੇ ਰਹੇ ਆ। ਜਦੋਂ ਆਪਾਂ ਕੰਟਰੋਲ W ਸ਼ਾਰਟਕਟ ਕੀ ਆ ਰਿਫਰੈਸ਼ ਦੀ ਦੱਬਦੇ ਆ ਤਾਂ ਉਦੋਂ ਉਹ ਇਹਨੂੰ ਪੂਰੀ ਦੀ ਪੂਰੀ ਫਾਈਲ ਨੂੰ ਰਿਫਰੈਸ਼ ਦੁਆਰਾ ਕਰ ਦਿੰਦਾ ਆ। ਹੁਣ ਜੇ ਮੈਂ ਇਹਨੂੰ ਕਸਪ ਕਰ ਲਿਆ ਨਾ, ਜੇ ਮੈਂ ਕਸਪ ਕਰ ਲਿਆ ਤਾਂ ਮੈਂ ਇੱਕ ਨੂੰ ਮੂਵ ਕਰੂੰਗਾ, ਦੂਜੇ ਪਾਸੇ ਲਈ ਮੂਵ ਨਹੀਂ ਹੁੰਦੀ ਹੈ, ਵੇਟ ਹੋਈ ਨਹੀਂ ਮੇਰੇ ਤੋਂ। ਮੈਂ ਇਹਨੂੰ ਮੂਵ ਕਰਦਾ ਤਾਂ ਦੂਜੇ ਪਾਸੇ ਨੂੰ ਕੋਈ ਫਰਕ ਨਹੀਂ ਪਿਆ। ਅਤੇ ਜੇ ਅਗਰ ਆਪਾਂ ਸਮੂਥ ਕਰਦੇ ਹਾਂ ਅਤੇ ਮੈਂ ਇਹਨੂੰ ਮੂਵ ਕਰੂੰਗਾ ਤਾਂ ਉਹਨੇ ਆਪੇ ਮੂਵ ਹੋਣਾ ਆਪੋਜ਼ਿਟ 'ਚ। ਉਹ ਤੋਂ ਬਾਅਦ ਤੀਜੀ ਗੱਲ ਹੈਗੀ ਆ ਸਮੈਟਰਿਕ। ਤਿੰਨ ਸੀਗੀਆਂ ਨਾ, ਕਸਪ, ਇੱਕ ਸਮੂਥ, ਤੀਜੀ ਹੈ ਸਮੈਟਰਿਕ। ਸਮੈਟਰਿਕਲ ਦਾ ਕੰਮ ਕੀ ਹੈ, ਆਪਾਂ ਇਹਨੂੰ ਸਮੈਟਰਿਕਲ ਕਰ ਦਿੰਦੇ ਤਾਂ ਸਮੂਥ ਵੀ ਹੋ ਜਾਊਗੀ, ਸਮੂਥ ਤਾਂ ਹੋਏਗੀ। ਸਮੈਟਰਿਕਲ ਦਾ ਮਤਲਬ ਜੇ ਮੈਂ ਇੱਕ ਨੂੰ ਖਿੱਚ ਕੇ ਨਾ ਐ ਦੂਰ ਕਰ ਜਾਂਦਾ ਤਾਂ ਦੂਜੀ ਵੀ ਦੂਰ ਹੋ ਜਾਂਦੀ ਹੈ। ਮੈਂ ਇੱਕ ਮਿੰਟ ਜਦੋਂ ਕਲਿੱਕ ਕਰਕੇ ਨਾ ਇਹਨੂੰ ਡਰੈਗ ਕਰਦਾ ਹਾਂ, ਅੱਲਾ ਦੇਖੋ ਮੈਂ ਇਹਦੀ ਡੀਪਨੈਸ ਵਧਾਈ, ਇੱਧਰੋਂ ਇਹ ਵਧੀ ਉੱਧਰੋਂ ਉਹ ਵੱਧ ਗਈ। ਮੈਂ ਇਹਨੂੰ ਇੱਦਾਂ ਵਧਾਇਆ, ਜਿੰਨੀ ਇਹਦੀ ਇੱਕ ਪਾਸਿਓਂ ਡੀਪਨੈਸ ਵਧੀ ਦੂਜੇ ਪਾਸਿਓਂ ਵੀ ਉਨੀ ਹੀ ਵਧੀ, ਬਰਾਬਰ ਹੋਈ, ਤਾਂ ਇਹਨੂੰ ਕਹਿੰਦੇ ਸਮੈਟਰਿਕ। ਅਗੇਨ तो ਆਪਾਂ ਆਪਣੇ ਹਿਸਾਬ ਨਾਲ ਜਿਵੇਂ ਸਾਨੂੰ ਚਾਹੀਦਾ ਕਸਪ ਕਰਨਾ ਹੈ ਜਾਂ ਸਮੂਥ ਕਰਨਾ ਹੈ ਜਾਂ ਸਮੈਟਰਿਕ ਕਰਨਾ ਹੈ, ਵੀ ਕੈਨ ਚੇਂਜ ਐਨੀ ਨੋਡ ਐਜ਼ ਪਰ ਆਵਰ ਰਿਕੁਆਇਰਮੈਂਟ। ਚੂਜ਼ ਚੇਂਜ ਕਰ ਮਤਲਬ ਇੱਥੇ ਕੀ ਨਹੀਂ ਨਾ, ਆਹ ਇੱਕ ਬਲੋਕ ਜਿਹਾ ਬਣਿਆ ਆ, ਲਾਈਨ ਬਣੀ ਹੋਈ ਹੈ, ਆਹ ਲਾਈਨ ਤੋਂ ਲੈ ਕੇ ਆਹ ਲਾਈਨ ਤੱਕ ਇਹਦੇ ਵਿਚਕਾਰ ਤਿੰਨ ਨੇ। ਇਟ ਮੀਨਸ ਕਿ ਯੂ ਕੈਨ ਚੂਜ਼ ਐਨੀ ਆਫ ਦੀਜ਼ ਥ੍ਰੀ। ਇੱਦਾਂ ਹੀ ਇੱਥੇ ਦੋ ਨੇ ਲਾਈਨ ਔਰ ਕਰੋ, ਯੂ ਕੈਨ ਚੂਜ਼ ਐਨੀ ਆਫ ਦੀਜ਼ ਟੂ। ਉਸ ਤੋਂ ਬਾਅਦ ਹਾਂ ਇੱਥੇ ਤੱਕ ਸਮਝ ਲੱਗੀ। ਹੁਣ ਮੈਂ ਤੁਹਾਨੂੰ ਦੱਸਾਂ, ਜਿਵੇਂ ਇਹਨੂੰ ਆਪਾਂ ਇੱਕ ਮਿੰਟ ਓਪਨ ਕਰਦੇ ਹਾਂ। ਓਪਨ ਕਰਨ ਵਾਸਤੇ ਕੀ ਕਰਦੇ ਹਾਂ, ਆਹ ਨੋਡ ਨੂੰ ਤੋੜ ਦਿੰਦੇ ਹਾਂ ਵਿਚਾਲੋਂ, ਇੱਥੋਂ ਬ੍ਰੇਕ ਕਰ ਦਿੰਦੇ ਹਾਂ, ਬ੍ਰੇਕ ਲਗਾਤੀ, ਬ੍ਰੇਕ ਕਰਤੀ। ਹੁਣ ਮੈਨੂੰ ਤਾਂ ਪਤਾ ਨਹੀਂ ਖੈਰ, ਬਟ ਇੱਕ ਨੋਡ ਸਟਾਰਟ ਹੈ, ਮੰਨ ਲਓ ਆਹ ਸਟਾਰਟ ਹੈ, ਆਪਾਂ ਇੱਥੋਂ ਸ਼ੁਰੂ ਕੀਤਾ ਸੀ, ਕਿੱਧਰੋਂ ਸ਼ੁਰੂ ਕੀਤਾ ਸੀ ਮੈਨੂੰ ਹੁਣ ਯਾਦ ਨਹੀਂ ਹੈਗਾ। ਮੰਨ ਲੈਂਦੇ ਹਾਂ ਕਿ ਜਿੱਥੋਂ ਮੈਂ ਆਹ ਨੋਡ ਸਟਾਰਟ ਹੈ, ਸਟਾਰਟ ਇਹ ਹੈ ਆ ਨੋਡ, ਮਤਲਬ ਸਟਾਰਟ ਨੋਡ ਮੰਨ ਲਓ ਨੋਡ ਨੰਬਰ 1 ਹੈ, ਫਿਰ ਇਹ 2 ਹੈ, ਫਿਰ ਇਹ 3 ਹੈ, ਫਿਰ ਇਹ 4 ਹੈ, ਫਿਰ ਇਹ 5 ਹੈ, 6 ਹੈ, 7 ਹੈ, ਇੱਦਾਂ ਕਰਦੇ ਕਰਦੇ ਇੱਕ ਨੋਡ ਐਂਡ ਹੋ ਗਈ। ਯਾਨੀ ਹਰ ਓਪਨ ਕਰਵ ਦੇ ਵਿੱਚ ਇੱਕ ਨੋਡ ਹੁੰਦੀ ਆ ਉਹ ਸਟਾਰਟ, ਦੂਜੀ ਹੁੰਦੀ ਐਂਡ, ਸਟਾਰਟ ਤੋਂ ਲੈ ਕੇ ਐਂਡ ਤੱਕ ਚੱਲਿਆ। ਹੁਣ ਮੈਨੂੰ ਨਹੀਂ ਪਤਾ ਹੈਗਾ, ਸੱਚਮੁੱਚ ਨਹੀਂ ਮੈਨੂੰ ਪਤਾ ਹੈਗਾ ਵੀ ਸਟਾਰਟ ਇਹ ਹੋਇਆ ਕਿ ਉਹ ਆ। ਅੱਛਾ, ਜੇ ਮੈਂ ਆਹ ਬਟਨ ਦਬੂੰਗਾ ਨਾ ਰਿਵਰਸ, ਰਿਵਰਸ ਦਾ ਮਤਲਬ ਹੈ ਡਾਇਰੈਕਸ਼ਨ ਚੇਂਜ ਹੋ ਜਾਊਗੀ। ਜੇ ਅਗਰ ਮੰਨ ਲਓ ਕਿ ਆਹ ਵਾਲੀ ਸਟਾਰਟ ਹੈ ਤਾਂ ਇਹ ਐਂਡ ਹੋ ਜਾਊਗੀ, ਦੂਜੀ ਸਟਾਰਟ ਹੋ ਜਾਊਗੀ। ਜੇ ਇਹ ਸਟਾਰਟ ਹੈ ਤਾਂ ਇਹ ਐਂਡ ਹੋ ਜਾਊਗੀ, ਦੂਜੀ ਸਟਾਰਟ ਹੋ ਜਾਊਗੀ, ਯਾਨੀ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਊਗੀ। ਹੁਣ ਕਰੋ, ਮੰਨ ਲਓ ਸਪੋਜ਼ ਕਰੋ ਕਿ ਮੈਂ ਪਹਿਲਾਂ ਇੱਕ ਨੋਡ ਬਣਾਈ, ਫਿਰ ਦੂਜੀ ਬਣਾਈ, ਉਹ ਸਟਾਰਟ ਵਾਲੀ ਜਿੱਥੋਂ ਪਹਿਲਾਂ ਸ਼ੁਰੂ ਕੀਤਾ ਉਹ ਸਟਾਰਟ ਹੋ ਗਈ। ਜਦੋਂ ਮੈਂ ਰਿਵਰਸ ਕਰੂੰਗਾ ਤਾਂ ਉਹ ਉਲਟਾ ਹੋ ਜਾਊਗਾ। ਇਹਨੇ ਸਕਰੀਨ 'ਤੇ ਕੋਈ ਫਰਕ ਨਹੀਂ ਪੈਣਾ ਹੈਗਾ, ਜੇ ਮੈਂ ਕਲਿੱਕ ਕਰੂੰਗਾ ਕੋਈ ਫਰਕ ਨਹੀਂ ਦਿਖਿਆ ਹੈਗਾ, ਉਲਟਾ ਹੋ ਗਿਆ। ਜੇ ਦੁਬਾਰਾ ਫਿਰ ਕਰੂੰਗਾ ਫਿਰ ਸਿੱਧਾ ਹੋ ਗਿਆ ਹੋਊਗਾ, ਫਿਰ ਕਰੂੰਗਾ ਫਿਰ ਉਲਟਾ ਹੋ ਗਿਆ। ਇਹਦਾ ਅਸਰ ਤੁਹਾਨੂੰ ਮੈਂ ਐਰੋ ਬਣਾਉਂਗਾ ਫਿਰ ਪਤਾ ਲੱਗੂਗਾ। ਮੰਨ ਲਓ ਮੈਂ ਬਣਾ ਹੀ ਲੈਣਾ ਐਰੋ, ਦੇਖਿਓ ਸਪੋਜ਼ ਦੈਟ ਕਿ ਮੈਂ ਇੱਕ ਛੋਟੀ ਜਿਹੀ ਹੋਰ ਨਵੀਂ ਸ਼ੇਪ ਬਣਾਉਣਾ। ਇੱਥੋਂ ਫਰੀ ਹੈਂਡ 'ਚ ਗਿਆ, ਫਰੀ ਹੈਂਡ ਨਾਲ ਮੈਂ ਇੱਕ ਮੰਨ ਲਓ ਆਹ ਸ਼ੇਪ ਬਣਾ ਲਈ, ਵਿਚਾਲੇ ਛੋਟੀ ਜਿਹੀ ਸ਼ੇਪ ਇੱਕ ਮੇਰੇ ਤੋਂ ਗਲਤੀ ਨਾਲ ਬਣ ਗਈ, ਉਹਨੂੰ ਮੈਂ ਡਿਲੀਟ ਕਰ ਦੇਣਾ। ਹੁਣ ਇਹਦੇ 'ਚ ਮੈਂ ਇੱਥੋਂ ਲੈ ਕੇ ਐਂ ਚੱਲਿਆ ਸੀਗਾ ਇੱਧਰ ਨੂੰ, ਤਾਂ ਸਟਾਰਟ ਨੋਡ ਇਹਦੀ ਮੇਰੇ ਹਿਸਾਬ ਨਾਲ ਆਹ ਹੋਊਗੀ ਅਤੇ ਐਂਡ ਨੋਡ ਆਹ ਹੋਊਗੀ। ਅਤੇ ਇਹਦਾ ਆਪਾਂ ਨੂੰ ਇੱਕ ਨਾ ਮੈਂ ਤੁਹਾਨੂੰ ਦਿਖਾਉਣਾ, ਇੱਥੇ ਆਪਾਂ ਬਾਅਦ 'ਚ ਕਰਨੀ ਕਮਾਂਡ। ਇਹਦੇ ਵਿੱਚ ਇੱਕ ਹੈਗਾ ਐਰੋ ਲਗਾਉਣ ਵਾਸਤੇ ਨਾ, ਇਹਨੂੰ ਆਪਾਂ ਕਹਿੰਦੇ ਹਾਂ ਆਊਟਲਾਈਨ ਟੂਲ। ਆਊਟਲਾਈਨ ਟੂਲ ਨੂੰ ਆਪਾਂ ਕਲਿੱਕ ਕਰਾਂਗੇ, ਆਊਟਲਾਈਨ ਟੂਲ ਦਾ ਡਾਇਲੌਗ ਖੁੱਲ੍ਹ ਜਾਊਗਾ। ਇਹਦੇ ਵਿੱਚ ਐਰੋ ਦੀ ਇੱਕ ਕਮਾਂਡ ਹੈ ਵੀ ਆਪਾਂ ਐਰੋ ਲਗਾਉਣੇ ਆ। ਮੰਨ ਲਓ ਮੈਂ ਚਾਹੁੰਦਾ ਕਿ ਇੱਦਾਂ ਦੇ ਐਰੋ ਲਾਉਣੇ ਆ, ਤਾਂ ਐਰੋ ਆਹ ਹੈੱਡ ਹੋ ਗਿਆ, ਜਿੱਥੇ ਖਤਮ ਹੋਊਗਾ ਆਹ ਸਟਾਰਟ ਹੋ ਗਿਆ। ਸਟਾਰਟ 'ਤੇ ਆਪਾਂ ਨਹੀਂ ਲਾਇਆ, ਹੈੱਡ 'ਤੇ ਲਾਤਾ। ਓਕੇ ਕਰੋ, ਤੁਸੀਂ ਦੇਖੋ ਥੋੜ੍ਹਾ ਵੱਡਾ ਕਰੋ, ਆਹ ਐਰੋ ਬਣ ਗਿਆ ਨਾ। ਸਰ ਉਹ ਡਾਇਲੌਗ ਬਾਕਸ ਕਿਵੇਂ ਸੀ? ਮੈਂ ਦੁਬਾਰਾ ਲੈ ਕੇ ਆਉਣਾ। ਉਹ ਡਾਇਲੌਗ ਬਾਕਸ ਕਿਵੇਂ ਹੈ, ਪਹਿਲਾਂ ਤਾਂ ਮੈਂ ਕੋਈ ਵੀ ਕਰਵ ਸਿਲੈਕਟ ਕਰ ਲਿਆ। ਜਿਹੜਾ ਕਰਵ ਸਿਲੈਕਟ ਕੀਤਾ ਉਸ ਤੋਂ ਬਾਅਦ ਹੁਣ ਮੈਂ
ਇਹ ਆ ਇੱਕ ਟੂਲ ਹੈ, ਇਹਨੂੰ ਆਪਾਂ ਕਹਿੰਦੇ ਆ ਆਊਟਲਾਈਨ ਟੂਲ। ਹਾਲੇ ਇਹਦੇ ਬਾਰੇ ਮੈਂ ਕੁਝ ਸਿਖਾਇਆ ਨਹੀਂ ਹੈਗਾ, ਇਹਨੂੰ ਵੀ ਆਪਾਂ 1 ਬਾਈ 1 ਇਹਦੀ ਲਾਈਨ ਹੋਊਗੀ, ਇਹਦੀ ਵਾਰੀ ਹੋਊਗੀ ਤਾਂ ਸਿੱਖਾਂਗੇ। ਆਊਟਲਾਈਨ ਟੂਲ 'ਤੇ ਮੈਂ ਜਦੋਂ ਕਲਿੱਕ ਕੀਤਾ ਤਾਂ ਅੱਗੋਂ ਉਹ ਆਪਸ਼ਨ ਖੁੱਲ੍ਹ ਗਏ। ਉਹਦੇ ਵਿੱਚ ਆ ਪਹਿਲੀ ਕਮਾਂਡ ਹੀ ਹੈ, ਇਹਦਾ ਕੰਮ ਹੈ ਆਊਟਲਾਈਨ ਡਾਇਲੌਗ ਖੋਲ੍ਹਣਾ। ਇਹਨੂੰ ਕਲਿੱਕ ਕਰਕੇ ਡਾਇਲੌਗ ਖੋਲ੍ਹ ਲਿਆ। ਇਹਦੇ ਵਿੱਚ ਕਈ ਚੀਜ਼ਾਂ ਨੇ ਆਪਾਂ ਸਿੱਖਾਂਗੇ। ਹਾਲੇ ਮੈਂ ਐਰੋ ਬਣਾ ਕੇ ਦਿਖਾਉਣਾ। ਐਰੋ ਬਣਾ ਕੇ ਇੱਥੋਂ ਮੈਂ ਇੱਥੇ ਪਹਿਲਾਂ ਸੀਗਾ ਖਾਲੀ ਅਤੇ ਮੈਂ ਇਹਨੂੰ ਐਰੋ ਬਣਾ ਲਿਆ। ਹੁਣ ਮੈਂ ਕਰਤਾ ਓਕੇ ਤਾਂ ਐਰੋ ਬਣ ਗਿਆ ਨਾ। ਹੁਣ ਜੇ ਮੈਂ ਰਿਵਰਸ ਕਰ ਦੇਵਾਂ, ਹੁਣ ਮੈਂ ਇੱਥੇ ਸ਼ੇਪ ਟੂਲ ਨੂੰ ਚੂਜ਼ ਕਰਕੇ ਆ ਲਿਆਂਦਾ, ਰਿਵਰਸ ਕਰ ਦੇਵਾਂ ਤਾਂ ਯੂ ਸੀ ਐਰੋ ਉੱਧਰ ਬਣ ਗਿਆ। ਫਿਰ ਰਿਵਰਸ ਕਰਾਂ ਐਰੋ ਉੱਧਰ ਬਣ ਗਿਆ, ਫਿਰ ਰਿਵਰਸ ਕਰਾਂ ਐਰੋ ਉੱਧਰ ਬਣ ਗਿਆ। ਬਸ ਇਹੀ ਕੰਮ ਹੈ। ਮੰਨ ਲਓ ਇਹ ਸੱਪ ਹੈ ਤਾਂ ਇਹਦਾ ਮੂੰਹ ਅਤੇ ਪੂੰਛ ਬਦਲ ਗਈ, ਮੂੰਹ ਉੱਧਰ ਨਹੀਂ ਰਿਹਾ, ਜਾਂ ਟ੍ਰੇਨ ਹੈ, ਟ੍ਰੇਨ ਦਾ ਇੰਜਨ ਮੂਹਰੇ ਆ ਗਿਆ। ਬਸ ਇਹ ਕੰਮ ਹੋ ਗਿਆ। ਰਿਵਰਸ ਦਾ ਮਤਲਬ ਇਹ ਹੋ ਗਿਆ। ਉਸ ਤੋਂ ਅੱਗੇ ਆਹ ਟੂਲ ਹੈ, ਇਹਦਾ ਕੰਮ ਕੀ ਹੈ? ਐਕਸਟੈਂਡ ਕਰਵ ਟੂ ਕਲੋਜ਼। ਜਿਵੇਂ ਹੁਣ ਆ ਜਿਹੜਾ ਕਰਵ ਹੈ ਨਾ, ਇਹ ਓਪਨ ਹੀ ਹੈ ਨਾ, ਮਤਲਬ ਕਿ ਆਪਾਂ ਦੇਖ ਹੀ ਰਹੇ ਹਾਂ ਓਪਨ ਕਰਵ ਹੈ। ਕਲੋਜ਼ ਤਾਂ ਹੁੰਦਾ ਜੇ ਮੈਂ ਇਹਨੂੰ ਇਹਦੇ ਨਾਲ ਜੋੜ ਲਵਾਂ। ਤੋ ਆਹ ਜਿਹੜੀ ਕਮਾਂਡ ਹੈ, ਜਿਹੜਾ ਆ ਕਰਵ ਆਪਾਂ ਨੇ ਕਰਵ ਚੂਜ਼ ਕੀਤਾ ਨਾ, ਆ ਜਿਹੜੀ ਕਮਾਂਡ ਦੀ ਮੈਂ ਗੱਲ ਕਰ ਰਿਹਾ ਐਕਸਟੈਂਡ ਕਰਵ ਟੂ ਕਲੋਜ਼, ਇਹਦਾ ਕੰਮ ਹੋਣਾ ਚਾਹੀਦਾ ਆ ਕਰਵ ਨੂੰ ਕਲੋਜ਼ ਕਰ ਦਊਗਾ। ਅਤੇ ਕਿਵੇਂ ਕਰੂਗਾ? ਕਰ ਤਾਂ ਰਿਹਾ ਨਹੀਂ ਇਹ। ਇੱਕ ਵਾਰੀ ਕੋਈ ਨੋਟ ਸਿਲੈਕਟ ਕਰਿਓ, ਇੱਕ ਵਾਰ ਤਾਂ ਚੱਲੂਗੀ, ਇਹ ਹਾਲੇ ਵੀ ਨਹੀਂ ਚੱਲਦੀ ਹੈਗੀ। ਇਹਦਾ ਮਤਲਬ ਕਿ ਬਿਗਨਿੰਗ ਅਤੇ ਐਂਡ ਵਾਲੀ ਨੋਟ ਨੂੰ ਸ਼ਿਫਟ ਹੈ। ਹਾਂ, ਮੈਂ ਵੀ ਦੱਸਣ ਲੱਗਿਆ। ਮੈਂ ਨੋਟ ਨੂੰ ਕਲਿੱਕ ਕੀਤਾ, ਨੋਟ ਸਿਲੈਕਟ ਹੋ ਗਈ। ਹੁਣ ਮੈਂ ਸ਼ਿਫਟ ਦਬ ਕੇ ਕਿਸੇ ਹੋਰ ਨੋਟ ਨੂੰ ਕਲਿੱਕ ਕਰਾਂਗੇ ਤਾਂ ਸ਼ਿਫਟ ਦੂਜੀ ਨੋਟ ਵੀ ਸਿਲੈਕਟ ਹੋ ਗਈ। ਹੁਣ ਇਹ ਕਮਾਂਡ ਚੱਲ ਗਈ। ਹੁਣ ਇਹ ਕੀ ਕਰੂਗਾ? ਯਾਨੀ ਇਹਦਾ ਮਤਲਬ ਬਿਗਨਿੰਗ, ਸਟਾਰਟ ਅਤੇ ਐਂਡ ਦੋਨੇ ਨੋਟਾਂ ਨੂੰ ਸਿਲੈਕਟ ਕਰ ਲਓ। ਸਿਲੈਕਟ ਦੋਨਾਂ ਨੂੰ ਇਕੱਠੇ ਨੂੰ ਕਰਨ ਵਾਸਤੇ ਸ਼ਿਫਟ ਦੱਬ ਕੇ ਦੂਜੀ 'ਤੇ ਕਲਿੱਕ ਕਰੋ। ਜੇ ਮੈਂ ਸ਼ਿਫਟ ਨਾ ਦੱਬਾਂ, ਕਿਸੇ ਇੱਕ ਨੋਟ 'ਤੇ ਕਲਿੱਕ ਕੀਤਾ, ਨੋਟ ਸਿਲੈਕਟ ਹੋ ਗਈ। ਦੁਬਾਰਾ ਮੈਂ ਦੂਜੀ 'ਤੇ ਕਲਿੱਕ ਕਰੂੰਗਾ, ਦੂਜੀ ਸਿਲੈਕਟ ਹੋ ਜੂਗੀ, ਪਹਿਲੀ ਹਟ ਜਾਊਗੀ। ਤੋ ਸ਼ਿਫਟ ਦੱਬ ਕੇ ਦੂਜੀ ਵੀ ਸਿਲੈਕਟ ਹੁੰਦੀ ਹੈ। ਫਿਰ ਇਹ ਬਟਨ ਦੱਬੂਗਾ ਤਾਂ ਹੁਣ ਕੀ ਕਰੂਗਾ? ਯੂ ਸੀ ਕਿ ਉਹਨਾਂ ਨੂੰ ਉਹਨੇ ਜੋੜਤਾ ਤਾਂ ਕਿ ਇਹ ਕਰਵ ਓਪਨ ਕਲੋਜ਼ ਹੋ ਜਾਵੇ। ਜਦੋਂ ਕਰਵ ਕਲੋਜ਼ ਹੋ ਗਿਆ ਤਾਂ ਐਰੋ ਤਾਂ ਹਟ ਗਏ ਨਾ। ਹੁਣ ਐਰੋ ਤਾਂ ਹੀ ਦਿਖਣਗੇ ਜੇ ਅਗਰ ਕਰਵ ਓਪਨ ਹੈ। ਜੇ ਕਰਵ ਕਲੋਜ਼ ਆ ਫਿਰ ਐਰੋ ਨਹੀਂ ਮਿਲਣੇ ਹੈਗੇ। ਐਰੋ ਚਾਹੇ ਲਾਏ ਹੁਣ ਲੱਗੇ ਹੋਏ ਨੇ, ਜੇ ਇਹਦੇ 'ਚ ਹਾਲੇ ਵੀ ਇਹ ਸੈੱਟ ਕੀਤਾ ਹੋਇਆ, ਸੇਵ ਕੀਤਾ ਹੋਇਆ, ਪ੍ਰੋਪਰਟੀ ਸੈੱਟ ਕੀਤੀ ਹੋਈ ਹੈ ਕਿ ਐਰੋ ਲੱਗਣ, ਬਟ ਦਿਖਣਗੇ ਨਹੀਂ ਦਿਖਣਗੇ ਕਿਤੇ ਵੀ। ਜਦੋਂ ਵੀ ਆਪਾਂ ਕਿਸੇ ਵੀ ਸਮੇਂ ਬਾਅਦ ਵਿੱਚ ਵੀ ਮੰਨ ਦੇ ਕੇ ਇਸ ਨੂੰ ਓਪਨ ਕਰ ਦੇਵਾਂਗੇ, ਫਿਰ ਐਰੋ ਦਿਖਣਗੇ ਐਂਡ ਵਾਲੇ ਨੋਟ 'ਤੇ। ਰਾਈਟ। ਤੋ ਤੁਹਾਨੂੰ ਮੇਰੇ ਖਿਆਲ 'ਚ ਵੀ ਆਹ ਸਮਝ ਲੱਗੀ ਕਮਾਂਡ ਦੀ, ਐਕਸਟੈਂਡ ਕਰਵ ਟੂ ਕਲੋਜ਼। ਇੱਕ ਆਹ ਕਮਾਂਡ ਹੈ ਐਕਸਟ੍ਰੈਕਟ ਸਬ ਪਾਥ। ਇਹਦਾ ਕੰਮ ਕੀ ਹੈ? ਜਿਸ ਤਰ੍ਹਾਂ ਆਪਾਂ ਇਹਦੇ 'ਤੇ ਹੀ ਚਲੋ ਕੰਮ ਕਰਦੇ ਹਾਂ। ਮੰਨ ਲਓ ਮੈਂ ਇਸ ਨੂੰ ਡਬਲ ਕਲਿੱਕ ਕੀਤਾ, ਇੱਥੇ ਇੱਕ ਨੋਟ ਨਵੀਂ ਲੱਗ ਗਈ। ਡਬਲ ਕਲਿੱਕ ਕੀਤਾ, ਇਹ ਇੱਥੇ ਵੀ ਇੱਕ ਨੋਟ ਨਵੀਂ ਲੱਗ ਗਈ। ਆਹ ਦੋਨਾਂ ਨੋਟ ਨਵੀਂ ਲੱਗੀਆਂ। ਇਹਨੂੰ ਮੈਂ ਤੋੜਨ ਲੱਗਿਆ, ਬ੍ਰੇਕ ਕਰਨ ਲੱਗਿਆ। ਬ੍ਰੇਕ ਕਰਤਾ ਅਤੇ ਇਹਨੂੰ ਵੀ ਮੈਂ ਬ੍ਰੇਕ ਕਰਤਾ। ਹੁਣ ਇਹ ਬ੍ਰੇਕ ਕਰਨ ਨਾਲ ਕੀ ਹੋਇਆ ਕਿ ਆਹ ਇੱਕ ਅਲੱਗ ਸਬ ਪਾਥ ਬਣ ਗਿਆ। ਹੁਣ ਤੁਸੀਂ ਨੀਚੇ ਦੇਖੋ, ਇੱਥੇ ਲਿਖਿਆ 2 ਸਬ ਪਾਥ, ਯਾਨੀ ਕਰਵ ਜਾਂ ਡਰਾਇੰਗ ਇੱਕ ਹੈ, ਪਾਥ ਦੋ ਨੇ, ਦੋ ਅਲੱਗ-ਅਲੱਗ ਟੁੱਟੇ ਹੋਏ ਕਰਵ ਨੇ, ਦੋਨਾਂ ਨੂੰ ਕੰਬਾਈਨ। ਹਾਂ, ਕਿਉਂਕਿ ਪ੍ਰੋਪਰਟੀ ਸੈੱਟ ਕੀਤੀ ਹੋਈ ਹੈ। ਜੇ ਓਪਨ ਹੈ ਤਾਂ ਐਰੋ ਬਣ ਜਾਊਗਾ। ਆਪਾਂ ਇੱਕ ਕਰਵ ਤੋਂ ਹੀ ਮੰਨ ਲਓ 2 ਕਰਵ ਬਣਾ ਲਏ, ਉਸ ਕਰਵ ਦੇ 2 ਪਾਰਟ, ਜਿਵੇਂ ਗੰਡੋਆ 2 ਪਾਰਟ 'ਚ ਕਨਵਰਟ ਹੋ ਜਾਂਦਾ ਹੈ ਟੁੱਟ ਕੇ, ਇੱਦਾਂ ਹੀ ਇਹ ਕਨਵਰਟ ਹੋ ਗਿਆ, 2 ਪਾਰਟ ਬਣ ਗਏ। ਤੋ ਜੋ 2 ਬਣੇ ਤਾਂ ਜਿਹੜੀਆਂ ਪ੍ਰੋਪਰਟੀ ਪਹਿਲੇ ਸੀਗੀਆਂ ਸੈੱਟ ਹੋਈਆਂ, ਉਹੀ ਪ੍ਰੋਪਰਟੀ ਦੂਜੇ ਤੋਂ ਲੱਗੀਆਂ। ਪਹਿਲੇ ਤਾਂ ਆਪਾਂ ਸੈੱਟ ਕੀਤਾ ਸੀਗਾ, ਐਰੋ ਬਣੇ ਤਾਂ ਦੂਜੇ ਤੋਂ ਵੀ ਐਰੋ ਬਣ ਗਿਆ। ਹੁਣ ਇਹ 2 ਨੇ ਨਾ, ਇਹ ਜਦੋਂ ਮੈਂ ਆਹ ਟੂਲ ਯੂਜ਼ ਕਰਕੇ ਕਿਸੇ ਨੂੰ ਵੀ ਮੈਂ ਇੱਕ ਨੂੰ ਕਲਿੱਕ ਕਰੂੰਗਾ, ਦੂਜਾ ਆਪੇ ਸਿਲੈਕਟ ਹੋ ਗਿਆ। ਯਾਨੀ ਕਿ ਦੋਨੋਂ ਇਕੱਠੇ ਇੱਕ ਡਰਾਇੰਗ ਹੈ, ਇੱਕ ਆਬਜੈਕਟ ਹੈ। ਐ ਨਹੀਂ ਹੁੰਦਾ ਵੀ ਆਹ ਇਕੱਲੇ ਨੂੰ ਆਪਾਂ ਸਿਲੈਕਟ ਕਰਕੇ ਮੂਵ ਕਰ ਲਈਏ, ਜਾਂ ਇਕੱਲੇ ਦੇ 'ਤੇ ਆਪਾਂ ਐਰੋ ਹਟਾ ਦਈਏ, ਦੂਜੇ 'ਤੇ ਵੀ ਹਟੂਗਾ। ਇਕੱਲੇ ਦੇ ਉੱਤੇ ਆਪਾਂ ਇਹਦਾ ਲਾਈਨ ਦਾ ਕਲਰ ਬਦਲ ਦਈਏ, ਦੂਜੇ 'ਤੇ ਬਦਲ ਜਾਊਗਾ, ਕਿਉਂਕਿ ਇਹ ਦੋਨੋਂ ਇਕੱਠੇ ਇੱਕ ਹੀ ਕਰੋ, ਇੱਕ ਹੀ ਆਬਜੈਕਟ, ਇੱਕ ਹੀ ਡਰਾਇੰਗ ਹੈ। ਹੁਣ ਜੇ ਅਸੀਂ ਆਹ ਟੂਲ ਯੂਜ਼ ਕਰਦੇ ਹਾਂ, ਤੁਹਾਡਾ ਜਿਹੜਾ ਮੈਂ ਸਿਖਾਉਣ ਲੱਗਿਆ ਸੀਗਾ, ਕਿਹੜਾ ਸੀਗਾ ਉਹ, ਐਕਸਟ੍ਰੈਕਟ ਸਬ ਪਾਥ। ਇਹਨੂੰ ਜੇ ਮੈਂ ਕਲਿੱਕ ਕਰੂੰਗਾ ਤਾਂ ਹੋਣਾ ਇਹ ਚਾਹੀਦਾ ਕਿ ਇਹ ਜਿਹੜਾ ਸਬ ਪਾਥ ਹੈ ਅਲੱਗ ਹੋ ਜਾਊਗਾ। ਜਿਵੇਂ ਮੈਂ ਇਹਨੂੰ ਕਲਿੱਕ ਕਰਤਾ, ਹੁਣ ਕੀ ਹੋਇਆ? ਦੁਬਾਰਾ ਦੀ ਇਹਨੂੰ ਕਲਿੱਕ ਕਰਕੇ ਸਿਲੈਕਟ ਕਰਿਓ। ਨਹੀਂ, ਇਹ ਕਮਾਂਡ ਨੇ ਉਹ ਕੰਮ ਨਹੀਂ ਕੀਤਾ ਜਿਹੜਾ ਮੈਂ ਕਿਹਾ ਸੀਗਾ। 2 ਮਿੰਟ ਦੀ ਆਪਾਂ ਆਹ ਸੀ ਨਾ, ਇਹ ਕਮਾਂਡ ਤਾਂ ਵਰਕ ਨਹੀਂ ਕਰ ਰਹੀ। ਐਕਸਟ੍ਰੈਕਟ ਸਬ ਪਾਥ,
ਐਕਸਟ੍ਰੈਕਟ ਸਬਪਾਥ ਉਹ ਹੋਰ ਸੀ ਜਿਹੜਾ ਮੈਂ ਕਹਿਣ ਲੱਗਾ ਸੀਗਾ ਅਲੱਗ-ਅਲੱਗ ਕਰ ਦੂਗਾ ਤਾਂ ਹਲੇ ਵੀ ਇੱਕ ਐਕਸਟ੍ਰੈਕਟ ਸਬਪਾਥ ਦਾ ਕੰਮ ਮੈਂ ਦੁਬਾਰਾ ਦੀ ਸਮਝਾਉਣਾ 1 ਮਿੰਟ। ਮੈਂ ਨੋਟ ਸਿਲੈਕਟ ਕਰ ਲਈ, ਹੁਣ ਇਹ ਕਮਾਂਡ ਦੇਣਾ ਮੈਂ, ਫਿਰ ਪਤਾ ਲੱਗ ਜਾਊਗਾ। ਕਮਾਂਡ ਦੇਤੀ, ਹੁਣ ਇਹਨੇ ਕੀ ਕਰਿਆ ਇਹਨੂੰ, ਉਹ ਤਾਂ ਅਲੱਗ ਹੋ ਗਿਆ। ਐਕਸਟ੍ਰੈਕਟ ਕਰ ਲਿਆ ਦੋ ਕਿਸੇ ਵਜ੍ਹਾ ਨਾਲ। ਇਹਦਾ ਮਤਲਬ ਕਿ ਉਹ ਕਮਾਂਡ ਪਹਿਲਾਂ ਚੱਲਦੀ ਸੀਗੀ, ਹੁਣ ਚੱਲੀ ਆ। ਇਹ ਉਦੋਂ ਚੱਲਦੀ ਆ ਜਦੋਂ ਅਸੀਂ, ਮੈਂ ਇੱਕ ਵਾਰੀ ਫਿਰ ਕਰਦਾ 1 ਮਿੰਟ, ਇਹਨੂੰ ਮੈਂ ਡਬਲ ਕਲਿੱਕ ਕਰਕੇ ਨਾ, ਇਹ ਡਬਲ ਕਲਿੱਕ ਕਰਕੇ ਆ ਮੈਂ ਅਲੱਗ-ਅਲੱਗ ਬਣਾ ਲਏ। ਇੱਥੋਂ ਮੈਂ ਇਹਨੂੰ ਤੋੜਦਾ ਆ, ਇਹਨੂੰ ਮੈਂ ਤੋੜਨ ਵਾਸਤੇ ਬ੍ਰੇਕ ਦੱਬਿਆ ਅਤੇ ਇਹਨੂੰ ਵੀ ਮੈਂ ਬ੍ਰੇਕ ਦੱਬਦਾ। ਹੁਣ ਇਹ 2 ਸਬਪਾਥ ਆਪੇ ਬਣ ਗਏ, ਆ 1 ਸਬਪਾਥ ਹੋ ਗਿਆ ਅਤੇ ਆ ਦੂਜਾ ਅਲੱਗ ਹੈ, 2 ਬਣ ਗਏ। ਜੇ ਮੈਂ ਇਹਨੂੰ ਬ੍ਰੇਕ ਕਰ ਦਵਾਂ 3 ਬਣ ਜਾਣੇ ਸੀਗੇ, ਬਣ ਗਏ। ਹੁਣ ਮੈਂ ਕੋਈ ਵੀ ਨੋਡ ਇੱਕ ਸਿਲੈਕਟ ਕਰ ਲਈ। ਹੁਣ ਮੈਂ ਕਮਾਂਡ ਦੱਬਾਂ ਐਕਸਟ੍ਰੈਕਟ ਸਬਪਾਥ, ਜਦੋਂ ਮੈਂ ਕਮਾਂਡ ਦੱਬੀ ਤਾਂ ਇਹ ਅਲੱਗ ਹੋ ਗਿਆ। ਯੂ ਸੀ ਆ ਆਬਜੈਕਟ ਅਲੱਗ ਹੋ ਗਿਆ, ਉਹ ਅਲੱਗ ਹੋ ਗਿਆ। ਯਾਨੀ ਕਿ ਅਗਰ ਇੱਕ ਕਰਵ ਦੇ ਆਪਾਂ 2 ਪਾਰਟ ਕਰਨੇ ਆ, ਪਹਿਲਾਂ ਉਹਨਾਂ ਨੂੰ ਤੋੜ ਲਓ, ਉਹਦੇ 2 ਅਲੱਗ-ਅਲੱਗ ਸਬਪਾਥ ਬਣਾ ਲਓ। ਫਿਰ ਕਿਸੇ ਵੀ ਕਰਵ ਨੂੰ ਸਿਲੈਕਟ ਕਰਨ ਤੋਂ ਬਾਅਦ ਜਦੋਂ ਅਸੀਂ ਆਹ ਬਟਨ ਦੱਬਾਂਗੇ, ਇਹ ਆਹ ਵਾਲਾ ਬਟਨ ਐਕਸਟ੍ਰੈਕਟ ਸਬਪਾਥ, ਤਾਂ ਜਿਹੜੇ ਉਹ 2 ਸਬਪਾਥ ਸੀਗੇ ਅਲੱਗ-ਅਲੱਗ ਹੋ ਜਾਣਗੇ, ਦੋਨੇ ਆਬਜੈਕਟ ਅਲੱਗ-ਅਲੱਗ ਹੋ ਗਏ। ਅੰਡਰਸਟੈਂਡ? ਇਸ ਤੋਂ ਬਾਅਦ ਆਹ ਕਮਾਂਡ ਦਾ ਕੰਮ ਕੀ ਆ, ਆਟੋ ਕਲੋਜ਼ ਕਰੋ। ਜਿਵੇਂ ਹੁਣ ਆਹ ਕਰਵ ਹੈ, ਇਹਨੂੰ ਸਿਲੈਕਟ ਕਰ ਲਿਆ, ਆਹ ਟੂਲ ਲੱਭਿਆ, ਹੁਣ ਆਟੋ ਕਲੋਜ਼ ਕਰੋ ਦਬਾਂਗੇ ਨਾ, ਅਤੇ ਸਿਲੈਕਟ ਕਰਨ ਤੋਂ ਬਗੈਰ ਹੀ ਇਹ ਕਮਾਂਡ ਕੰਮ ਕਰੂਗੀ। ਇਹਨੇ ਆਹ ਬਿਗਿਨਿੰਗ ਨੋਡ, ਆਹ ਐਂਡ ਨੋਡ, ਸਟਾਰਟ ਨੋਡ ਹੈ, ਇਹ ਐਂਡ ਨੋਡ ਹੈ, ਇਹਨੂੰ ਆਪੇ ਜੋੜ ਦੂਗਾ। ਕਰੋ ਕਲਿੱਕ, ਜੁੜ ਗਿਆ। ਯਾਨੀ ਜਿਹੜਾ ਓਪਨ ਕਰੋ ਸੀ ਉਹ ਕਲੋਜ਼ ਕਰੋ ਵਿੱਚ ਕਨਵਰਟ ਹੋ ਗਿਆ। ਤੋ ਆਪਾਂ ਨੂੰ ਆਹ ਕਮਾਂਡਾਂ ਸਮਝ ਲੱਗੀ। ਹੁਣ ਅਸੀਂ ਕਰਦੇ ਹਾਂ ਆਹ ਵਾਲੀ ਕਮਾਂਡ ਸਟ੍ਰੈਚ ਐਂਡ ਸਕੇਲ ਨੋਡਸ। ਇਹ ਨੋਟ ਦੱਸਣ ਤੋਂ ਪਹਿਲਾਂ ਇੱਕ ਮੈਂ ਹੋਰ ਤੁਹਾਨੂੰ ਪਹਿਲਾਂ ਦੱਸ ਦਵਾਂ, ਇਹਨੂੰ ਮੈਂ ਰੁਕਿਆ ਹਾਲੇ। ਜਿਵੇਂ ਸਪੋਜ਼ ਕਰੋ ਕਿ ਮੈਂ ਆਹ ਰਮਾਂਸ਼ੂ ਇੱਕ ਟੈਕਸਟ ਹੈ, ਇਹਨੂੰ ਸਿਲੈਕਟ ਕਰਨਾ ਹੈ, ਤਾਂ ਮੈਂ ਟੂਲ ਯੂਜ਼ ਕਰੂੰਗਾ ਸਿਲੈਕਟ ਵਾਲਾ। ਉਸ ਤੋਂ ਬਾਅਦ ਰਮਾਂਸ਼ੂ ਨੂੰ ਕਲਿੱਕ ਕੀਤਾ, ਇਹ ਪੂਰਾ ਆਬਜੈਕਟ ਸਿਲੈਕਟ ਹੋ ਗਿਆ। ਜਦੋਂ ਅਸੀਂ ਕਿਸੇ ਆਬਜੈਕਟ ਨੂੰ ਕਲਿੱਕ ਕਰਕੇ ਸਿਲੈਕਟ ਕਰਦੇ ਹਾਂ ਤਾਂ ਆਬਜੈਕਟ ਦੇ ਤੁਸੀਂ ਚੈੱਕ ਕਰੋ, ਇਹਦੇ 'ਚ ਮੈਂ ਤੁਹਾਨੂੰ ਉੱਪਰ ਕਰਕੇ ਦਿਖਾਉਣ ਮੂਵ ਕਰ ਸਕਦੇ ਹਾਂ। ਇਹ ਵੀ ਗੱਲ ਸਿੱਖਣ ਵਾਲੀ ਹੈ ਕਿ ਸਿਲੈਕਟ ਕੀਤੇ ਹੋਏ ਆਬਜੈਕਟ ਦੇ ਕਲਿੱਕ ਕੀਤਾ ਜਦੋਂ ਸਿਲੈਕਟ ਹੋ ਗਿਆ ਨਾ, ਇਹਦੇ ਆਸੇ-ਪਾਸੇ 6 ਬਟਨ ਬਣ ਗਏ, 8 ਬਟਨ ਬਣ ਗਏ। ਇੱਕ ਆਹ ਬਟਨ ਹੈ ਜਿੱਥੇ ਹੁਣ ਮਾਊਸ ਲੱਗੀ ਗਿਆ, 4 ਤਾਂ ਕਾਰਨਰਸ ਨੇ ਨਾ, ਇੱਕ ਆਹ ਕਾਰਨਰ ਹੈ, ਦੂਜਾ ਆਹ ਕਾਰਨਰ ਹੈ, ਤੀਜਾ ਆਹ ਕਾਰਨਰ ਹੈ, ਚੌਥਾ ਆਹ ਕਾਰਨਰ ਹੈ। 4 ਕਾਰਨਰਸ ਪਲੱਸ 4 ਵਿਚਕਾਰ ਇੱਕ ਆ, ਇਹ 8 ਜਿਹੜੇ ਬਟਨਸ ਨੇ, ਇਹਨਾਂ ਦਾ ਕੰਮ ਕੀ ਹੈ। ਜਦੋਂ ਆਪਾਂ ਜਿਵੇਂ ਆਹ ਕਾਰਨਰ ਵਾਲੇ ਕਿਸੇ ਬਟਨ ਨੂੰ ਮਾਊਸ ਲੈ ਕੇ ਜਾਂਦੇ ਹਾਂ ਤਾਂ ਸ਼ੇਪ ਦੇਖੋ ਚੇਂਜ ਹੋ ਗਈ ਨਾ, 2 ਹੈਡਡ ਐਰੋ ਬਣ ਗਿਆ ਮਾਊਸ ਪੁਆਇੰਟਰ ਦੀ ਸ਼ੇਪ। ਹੁਣ ਜੇ ਆਪਾਂ ਇਹਨੂੰ ਮਾਊਸ ਨਾਲ ਡਰੈਗ ਕਰਕੇ ਇਸ ਤਰ੍ਹਾਂ ਵੱਡਾ ਕਰਨਾ ਹੋਵੇ ਜਾਂ ਇੱਦਾਂ ਹੀ ਛੋਟਾ ਕਰਨਾ ਹੋਵੇ, ਆਪਾਂ ਇਹ ਜਿਹੜੀ ਡਰਾਇੰਗ ਹੈ ਜਾਂ ਜਿਹੜਾ ਵੀ ਆਬਜੈਕਟ ਹੈ ਉਹਦਾ ਸਾਈਜ਼ ਚੇਂਜ ਕਰ ਸਕਦੇ ਹਾਂ। ਜੇ ਅਸੀਂ ਕਾਰਨਰ ਵਾਲੇ ਬਟਨ ਨੂੰ ਡਰੈਗ ਕਰਾਂਗੇ ਦੈਨ ਸਾਈਜ਼ ਚੇਂਜ ਹੋਊਗਾ ਇਸ ਤਰ੍ਹਾਂ ਕਿ ਉਸ ਆਬਜੈਕਟ ਦੀ ਸਿਮੈਟਰੀ ਖਰਾਬ ਨਹੀਂ ਹੋਊਗੀ। ਮਤਲਬ ਜਿੰਨੀ ਉਹਦੀ ਵਿਡਥ ਵਧੂਗੀ ਉਸੇ ਰੇਸ਼ੋ 'ਚ ਉਹਦੀ ਹਾਈਟ ਵੀ ਵਧੂਗੀ। ਅਤੇ ਜੇ ਅਸੀਂ ਇਹਨੂੰ ਇਕੱਲੀ ਹਾਈਟ ਇਨਕਰੀਜ਼ ਕਰ ਦਈਏ ਫਿਰ ਸਿਮੈਟਰੀ ਖਰਾਬ ਹੋ ਜੂਗੀ। ਹੁਣ ਹਾਈਟ ਇਕੱਲੀ ਵੱਧ ਗਈ, ਵਿਡਥ ਉਨੀ ਹੋ ਰਹੇਗੀ। ਬਹੁਤੀ ਵਾਰੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਸਿਮੈਟਰੀ ਖਰਾਬ ਨਾ ਹੋਵੇ। ਸਿਮੈਟਰੀ ਖਰਾਬ ਨਾ ਹੋਵੇ ਉਹ ਰੋਕਣ ਵਾਸਤੇ ਆਪਾਂ ਕਦੇ ਵੀ ਇੱਦਾਂ ਹਾਈਟ ਤੋਂ ਨਹੀਂ ਖਿੱਚਦੇ ਹੈਗੇ, ਅੰਡੂ ਕਰ ਦੇਣਾ, ਕੰਟਰੋਲ Z ਅੰਡੂ ਹੈ। ਆਪਾਂ ਇਹਨੂੰ ਕਾਰਨਰਸ ਤੋਂ ਖਿੱਚਦੇ ਹਾਂ ਜੇ ਆਪਾਂ ਸਿਮੈਟਰੀ ਨੂੰ ਅਵੋਇਡ ਕਰਨਾ ਚਾਹੁੰਦੇ ਕਿ ਖਰਾਬ ਨਾ ਹੋਵੇ। ਜ਼ਿਆਦਾਤਰ ਕੋਈ ਵੀ ਡਰਾਇੰਗ ਹੈ, ਕੋਈ ਵੀ ਸ਼ੇਪ ਹੈ, ਉਹਦੇ ਵਿੱਚ ਜਦੋਂ ਆਪਾਂ ਸਾਈਜ਼ ਛੋਟਾ ਵੱਡਾ ਕਰਨਾ ਹੈ ਉਹਦੀ ਸਿਮੈਟਰੀ ਖਰਾਬ ਨਹੀਂ ਕਰਨੀ ਚਾਹੀਦੀ ਹੈਗੀ। ਤੋ ਅਵੋਇਡ ਯੂਜ਼ਿੰਗ, ਉਹਦੀ ਇਕੱਲੀ ਵਿਡਥ ਵਧਾਵਾਂਗੇ ਤਾਂ ਵੀ ਇਹ ਗਲਤ ਹੈ। ਲੋੜ ਹੈ ਵਧਾ ਲਓ, ਕੋਈ ਗੱਲ ਨਹੀਂ ਹੈ, ਬਟ ਅਵੋਇਡ ਕਰਦੇ ਨੇ ਬਹੁਤ, ਇਹਨੂੰ ਘੱਟ ਯੂਜ਼ ਕਰਦੇ ਆ। ਅਤੇ ਇਸ ਤਰ੍ਹਾਂ ਹੀ ਇਹਨੂੰ ਮੈਂ ਦੁਬਾਰਾ ਕਲਿੱਕ ਕਰਾਂ, ਹੁਣ ਸਿਲੈਕਟ ਨਹੀਂ ਰਿਹਾ ਹੈਗਾ, ਮਾਊਸ ਨਾਲ ਇਹਨੂੰ ਕਿਤੇ ਵੀ ਕਲਿੱਕ ਕੀਤਾ ਸਿਲੈਕਟ ਹੋ ਗਿਆ। ਇੱਕ ਇਹਦੇ ਨਾ ਵਿਚਕਾਰ ਇਹ ਬਾਕਸ ਹੈ, ਇਹਦਾ ਸੈਂਟਰ ਪੁਆਇੰਟ ਨੂੰ ਇੰਡੀਕੇਸ਼ਨ ਵੀ ਦਿੰਦਾ ਅਤੇ ਇੱਥੇ ਇੱਕ ਬਟਨ ਹੈ। ਅਗਰ ਅਸੀਂ ਇਸ ਬਟਨ 'ਤੇ ਮਾਊਸ ਲੈ ਜਾਂਦੇ ਸ਼ੇਪ ਚੇਂਜ ਹੋ ਗਈ, 4 ਹੈਡਡ ਐਰੋ। ਇਹਦਾ ਮਤਲਬ ਹੈ ਕਿ ਆਪਾਂ ਇਹਨੂੰ ਮੂਵ ਕਰ ਸਕਦੇ ਹਾਂ। ਵੀ ਕੈਨ ਮੂਵ ਇਟ ਐਨੀਵੇਅਰ ਔਨ ਦੀ ਕੈਨਵਸ, ਔਨ ਦੀ ਡਰਾਇੰਗ ਸ਼ੀਟ। ਅਤੇ ਇੱਕ ਜੇ ਆਪਾਂ ਇਹਨੂੰ ਦੁਬਾਰਾ ਦੀ ਕਲਿੱਕ ਕਰਦੇ ਹਾਂ, ਦੁਬਾਰਾ ਕਲਿੱਕ ਕਰਨ ਨਾਲ ਕੀ ਹੁੰਦਾ ਆ,